ਸੋ ਰੁਮਾਵਲ ਕੁਸਮ ਬਸੰਤ ਗਨੰਤ ਨ ਆਵੈ। ਰਵ ਸਸ ਕਿਰਨ ਉਦਰ ਸਾਗਰ ਕੋ। ਗੰਗ ਤਰੰਗ ਅੰਤ ਕੋ ਪਾਵੈ। रुद्र ध्यान ज्ञान सतगुर के। कव जन भल उन्ह जो गावै। भले अमरदास गुण तेरे तेरी उपमा तोहे बन आवै। हे अमरदास गुण तेरे तेरी उपमा तोहे बन आवै। सुखा होटल गुर सेवियै अहनस सहज सुभाए। दर्शन परसै गुरु के जन्म मरण दुख जाए। होवै सिफत खसम नूर अरसों कुरसों चटिया। तुद डिठे सचे पातशाह मल जन्म जन्म दी। तुद डिठे सचे पातशाह मल जन्म जन्म दी कटिया। सतनाम श्री वाहिगुरु साहिब जीओ। गोंड जैसे मंदिर में बलहर ना ठहरै। नाम बिना कैसे पार उतरै। कुंभ बिना जल ना टिकावै। साधु बिन ऐसे अवगत जावै। जैसे मंदिर में बलहर ना ठहरै। वाहिगुरु जी का खालसा वाहिगुरु जी की फतेह। ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਵਿੱਤਰ ਪਾਵਨ ਹਜ਼ੂਰੀ ਦਾ ਆਨੰਦ ਮਾਣ ਰਹੀ ਗੁਰੂ ਕੀ ਸੰਗਤ। ਸਤਿਗੁਰੂ ਜੀ ਮਹਾਨ ਕਿਰਪਾ ਕਰਕੇ ਇਹ ਅੰਮ੍ਰਿਤ ਵੇਲੇ ਸਤ ਸੰਗਤ ਸਾਨੂੰ ਬਖਸ਼ਿਸ਼ ਕਰ ਰਹੇ ਨੇ, ਜਿਸ ਵਿੱਚ ਬੈਠ ਕੇ ਅਸੀਂ ਗੁਰਬਾਣੀ ਦੇ ਨਿਤਨੇਮ ਸਰਵਣ ਕੀਤੇ। ਗੁਰੂ ਕੀ ਸੰਗਤ ਵਿੱਚ ਬੈਠ ਕੇ ਅਸੀਂ ਗੁਰਬਾਣੀ ਦੇ ਕੀਰਤਨ ਸਰਵਣ ਕੀਤੇ। ਇਸ ਸੰਗਤ ਦਾ ਆਨੰਦ ਮਾਣਦਿਆਂ ਹੋਇਆਂ ਹੁਣ ਸਤਿਗੁਰੂ ਜੀ ਸਾਨੂੰ ਗੁਰਬਾਣੀ ਦੀ ਕਥਾ ਦੀ ਦਾਤ ਬਖਸ਼ਿਸ਼ ਕਰ ਰਹੇ ਨੇ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ ਇਹ ਮਹਾਰਾਜ ਸਾਹਿਬ ਜੀਆਂ ਦੇ ਪਵਿੱਤਰ ਸ਼ਬਦ ਉਪਦੇਸ਼ ਸਾਡੇ ਹਿਰਦੇ ਵਸੇ, ਤਾਂ ਕਿ ਸਾਡਾ ਭਲਾ ਹੋਵੇ, ਮਨੁੱਖਾ ਜਨਮ ਨੂੰ ਅਸੀਂ ਸਫਲਾ ਕਰ ਸਕੀਏ। ਇਹ ਸਤਿਗੁਰਾਂ ਦੀ ਰਹਿਮਤ ਬਿਨਾਂ ਨਹੀਂ ਹੋਵੇਗਾ। ਮਨ ਦੇ ਧਿਆਨ ਨੂੰ ਟਿਕਾਈਏ, ਭਾਵਨਾ ਨਾਲ ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੋਂਡ ਰਾਗ ਦਾ ਇਹ ਸ਼ਬਦ ਸਾਹਿਬ ਕਬੀਰ ਜੀ ਬਖਸ਼ਿਸ਼ ਕਰ ਰਹੇ ਨੇ। ਸੋ ਇਸ ਤੋਂ ਪਹਿਲਾਂ ਕਬੀਰ ਸਾਹਿਬ ਜੀਆਂ ਦੇ 8 ਸ਼ਬਦ ਆਪਾਂ ਇਹ ਗੋਂਡ ਰਾਗ ਦੇ ਅੰਦਰ ਸਰਵਣ ਕੀਤੇ। ਅੱਜ ਇਹ 9ਵਾਂ ਸ਼ਬਦ ਕਬੀਰ ਸਾਹਿਬ ਜੀ ਸਾਨੂੰ ਬਖਸ਼ਿਸ਼ ਕਰ ਰਹੇ ਨੇ। 11 ਸ਼ਬਦ ਭਗਤ ਕਬੀਰ ਜੀਆਂ ਦੇ ਮਹਾਰਾਜ ਨੇ ਇਸ ਰਾਗ ਵਿੱਚ ਲਿਖੇ ਨੇ। ਉਸ ਵਿੱਚੋਂ 9ਵਾਂ ਸ਼ਬਦ ਅੱਜ ਸਾਨੂੰ ਪ੍ਰਾਪਤ ਹੋ ਰਿਹਾ ਹੈ। ਕਬੀਰ ਸਾਹਿਬ ਜੀ
ਬਖਸ਼ਿਸ਼ ਕਰਦੇ ਹਨ ਵੀ ਸਾਧ ਸੰਗਤ ਬਿਨਾ, ਕਿਸੇ ਗੁਰਮੁਖ ਦੀ ਸੰਗਤ ਬਿਨਾ, ਕਿਸੇ ਸਾਧੂ ਸੰਤ ਦੀ ਸੰਗਤ ਬਿਨਾ ਸੰਸਾਰ ਤੋਂ ਤਰਿਆ ਨਹੀਂ ਜਾਏਗਾ, ਮੁਕਤੀ ਨਹੀਂ ਮਿਲਦੀ ਹੈ। ਉਹਦੇ ਬਾਬਤ ਕੁਝ ਉਦਾਹਰਨਾਂ ਜਿਹੜੀਆਂ ਨੇ ਸਾਨੂੰ ਬਖਸ਼ਿਸ਼ ਕਰਨਗੇ ਤੇ ਫਰਮਾਉਂਦੇ ਹਨ, ਜੈਸੇ ਮੰਦਰ ਮੈਂ ਬਲ ਹਰ ਨਾ ਠਾਰੇ। ਸਤਿਗੁਰੂ ਕਹਿ ਰਹੇ ਨੇ ਬਲ ਤੋਂ ਭਾਵ ਹੈ ਗੁਰਮੁਖੋ ਜੋ ਆਪਾਂ ਸ਼ਤੀਰ ਵਗੈਰਾ ਲਾ ਦਿੰਦੇ ਨਾ। ਪਹਿਲੇ ਸਮੇਂ ਵਿੱਚ ਕੀ ਹੋਇਆ ਕਰਦਾ, ਕੱਚੇ ਮਕਾਨ, ਕੱਚੀਆਂ ਕੰਧਾਂ ਥੱਲੇ ਸ਼ਤੀਰ ਦਿੱਤੇ ਜਾਂਦੇ, ਬਾਂਸ ਵਗੈਰਾ ਪਾ ਕੇ, ਕਾਨੇ ਵਗੈਰਾ ਲਾ ਕੇ ਉੱਤੇ ਮਿੱਟੀ ਪਾ ਕੇ ਤੇ ਛੱਤ ਪਾਈ ਜਾਂਦੀ। ਹੁਣ ਭਾਵੇਂ ਕਾਨੇ ਪਾਏ ਨੇ, ਭਾਵੇਂ ਬਾਂਸ ਪਾਏ ਨੇ, ਪਰ ਜਿੰਨਾ ਚਿਰ ਸ਼ਤੀਰ ਨਹੀਂ ਥੱਲੇ ਰੱਖਦੇ, ਕੋਈ ਗਾਡਰ ਵਗੈਰਾ ਨਹੀਂ ਰੱਖਦੇ, ਗਾਡਰ ਸ਼ਤੀਰ ਦੇ ਆਸਰੇ ਤੋਂ ਬਿਨਾ ਘਰ ਦੀ ਛੱਤ ਖੜ੍ਹਦੀ ਨਹੀਂ ਹੈ। ਜਿਵੇਂ ਅੱਜ ਦੀ ਗੱਲ ਕਰ ਲਈਏ, ਭਾਵੇਂ ਆਪਾਂ ਲੈਂਟਰ ਪਾਉਂਦੇ ਹਾਂ, ਥੱਲੇ ਪਿੱਲਰ ਕਰਨੇ ਪੈਂਦੇ ਨੇ, ਵੱਡੇ ਵੱਡੇ ਬੀਮ ਬਣਾਉਣੇ ਪੈਂਦੇ ਨੇ, ਸਰੀਆ ਪਾਉਣਾ ਪੈਂਦਾ, ਸੀਮਿੰਟ ਪਾਉਣਾ ਪੈਂਦਾ, ਬਜਰੀ ਪਾਉਣੀ ਪੈਂਦੀ ਹੈ, ਫਿਰ ਜਾ ਕੇ ਛੱਤ ਕਿਤੇ ਖੜ੍ਹਦੀ ਹੈ। ਪਰ ਜੇ ਕੋਈ ਵਿਅਕਤੀ ਇਹ ਗੱਲ ਕਹੇ ਵੀ ਮੈਨੂੰ ਬੀਮ ਪਾਉਣ ਦੀ ਵੀ ਲੋੜ ਨਹੀਂ ਹੈ, ਪਿੱਲਰ ਦੇਣ ਦੀ ਵੀ ਲੋੜ ਨਹੀਂ ਹੈ, ਸਰੀਆ ਪਾਉਣ ਦੀ ਵੀ ਲੋੜ ਨਹੀਂ ਹੈ, ਬਜਰੀ ਵੀ ਨਾ ਪਾਵਾਂ, ਸੀਮਿੰਟ ਵੀ ਨਾ ਪਾਵਾਂ, ਤੇ ਫਿਰ ਇਹ ਛੱਤ ਖੜ੍ਹ ਨਹੀਂ ਸਕਦੀ ਹੈ, ਡਿੱਗ ਜਾਏਗੀ ਉਸੇ ਵੇਲੇ। ਸਤਿਗੁਰੂ ਕਹਿਣ ਲੱਗੇ, ਭਾਈ ਜੈਸੇ ਮੰਦਰ ਮੈਂ ਬਲਹਰ ਨਾ ਠਾਹਰ ਹੈ। ਬਲਹਰ ਤੋਂ ਭਾਵ, ਬਲ ਤੋਂ ਭਾਵ ਹੈ ਬਲਾ, ਸ਼ਤੀਰ। ਕਹਿਣ ਲੱਗੇ ਜਿੰਨਾ ਚਿਰ ਛੱਤ ਦੇ ਥੱਲੇ ਸ਼ਤੀਰ ਨਹੀਂ ਹੈ ਉਹਨਾਂ ਚਿਰ ਛੱਤ ਖਲੋਂਦੀ ਨਹੀਂ ਹੈ। ਪਰ ਜੇ ਕੋਈ ਵਿਅਕਤੀ ਹਰ ਕਹੀਏ ਵੀ ਖਿੱਚ ਲਵੇ ਸ਼ਤੀਰ ਨੂੰ, ਤੇ ਫਿਰ ਉਹ ਮੰਦਰ ਖੜਦਾ ਨਹੀਂ ਹੈ, ਘਰ ਖੜਦਾ ਨਹੀਂ ਹੈ, ਘਰ ਡਿੱਗ ਪੈਂਦਾ, ਛੱਤ ਡਿੱਗ ਪੈਂਦੀ ਹੈ। ਇਸੇ ਤਰ੍ਹਾਂ ਫਿਰ ਫਰਮਾਉਂਦੇ ਹਨ, ਜੈਸੇ ਮੰਦਰ ਮੈਂ ਬਲ ਹਰ ਨਾ ਠਾਰ। ਗੁਰਮੁਖੋ ਮੰਦਰ ਕੀ ਹੈ? ਮੰਦਰ ਇਹ ਸਾਡਾ ਘਰ ਹੈ, ਇਹ ਸਾਡਾ ਸਰੀਰ ਹੈ। ਤੇ ਸਰੀਰ ਸਾਡਾ ਕਾਹਦੇ ਆਸਰੇ ਹੈ? ਇੱਥੇ ਸਾਡੇ ਸਰੀਰ ਨੂੰ ਸ਼ਤੀਰ ਦਿੱਤਾ ਰੱਬ ਨੇ ਸਵਾਸਾਂ ਦਾ। ਸੋ ਮਹਾਰਾਜ ਜੀਆਂ ਦਾ ਬਚਨ ਹੈ, ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ। ਇਹ ਹਵਾ ਦਾ ਵਾਜਾ ਵੱਜਦਾ ਪਿਆ ਨਾ ਸਾਡੇ ਅੰਦਰ, ਪੌਣ ਚੱਲਦੀ ਹੈ, ਸਵਾਸ ਚੱਲਦੇ ਪਏ। ਇਹ ਸਾਡਾ ਸਰੀਰ ਉਹਨਾਂ ਚਿਰ ਦੌੜਿਆ ਫਿਰਦਾ ਜਿੰਨਾ ਚਿਰ ਸਵਾਸ ਚੱਲਦੇ ਪਏ। ਜਿੱਦਣ ਇਹ ਸਵਾਸ ਬੰਦ ਹੋ ਗਏ, ਇਹ ਸਰੀਰ ਰੂਪੀ ਮੰਦਰ ਉਸ ਵੇਲੇ ਡਿੱਗ ਜਾਏਗਾ, ਖਲੋਏਗਾ ਨਹੀਂ। ਇਹ ਸਰੀਰ ਮੰਦਰ ਵੀ ਗੁਰਮੁਖੋ ਸਵਾਸਾਂ ਦੇ ਆਸਰੇ ਚੱਲਦਾ ਪਿਆ ਹੈ। ਸੋ ਮਹਾਰਾਜ ਕਹਿਣ ਲੱਗੇ, ਜਬ ਆਕਰਖ ਕਰਤ ਹੋ ਕਬ ਹੂੰ, ਜਦੋਂ ਤੁਸੀਂ ਸਵਾਸਾਂ ਨੂੰ ਖਿੱਚ ਲੈਂਦੇ ਹੋ ਉਦੋਂ ਫਿਰ ਇਹ ਸਰੀਰ ਰਹਿ ਨਹੀਂ ਜਾਏਗਾ, ਨਾਸ ਹੋ ਜਾਂਦਾ ਹੈ। ਜਿਵੇਂ ਭਾਈ ਵੱਡੇ ਸ਼ਤੀਰ ਤੋਂ ਬਿਨਾਂ ਛੱਤ ਨਹੀਂ ਖੜ੍ਹਦੀ, ਡਿੱਗ ਪੈਂਦੀ ਹੈ ਸ਼ਤੀਰ ਖਿੱਚਿਆ, ਇਸੇ ਤਰ੍ਹਾਂ ਗੁਰਮੁਖੋ ਇਹ ਸਾਡਾ ਸਰੀਰ ਹੈ, ਸਰੀਰ ਰੂਪੀ ਇਹ ਜਿਹੜਾ ਮਕਾਨ ਹੈ, ਘਰ ਹੈ, ਮੰਦਰ ਹੈ, ਇਹਦੇ ਵਿੱਚ ਸਵਾਸਾਂ ਦਾ ਸ਼ਤੀਰ ਹੈ। ਜੇ ਸਵਾਸ ਰੱਬ ਨੇ ਖਿੱਚ ਲੈ ਤੇ ਫਿਰ ਇਹ ਮੰਦਰ ਜਿਹੜਾ ਸਰੀਰ ਡਿੱਗ ਪਵੇਗਾ, ਇਹ ਨਾਸ ਹੋ ਜਾਏਗਾ। ਫਿਰ ਬਖਸ਼ਿਸ਼ ਕਰਦੇ ਹਨ, ਜੈਸੇ ਮੰਦਰ ਮੈਂ ਬਲ ਹਰ ਨਾ ਠਾਰੇ। ਸਤਿਗੁਰੂ ਬਖਸ਼ਿਸ਼ ਕਰਦੇ, ਮੰਦਰ ਕੀ ਹੈ? ਜੋ ਤੇਰਾ ਅੰਤःਕਰਨ ਹੈ, ਜੋ ਹਿਰਦਾ ਹੈ। ਇਹ ਹਿਰਦੇ ਕਰਨ, ਹਿਰਦਾ ਜੋ ਹੈ ਅੰਤःਕਰਨ, ਇਸ ਨੂੰ ਆਸਰਾ ਹੈ ਗੁਰਮੁਖੋ ਪਰਮਾਤਮਾ ਦੇ ਨਾਮ ਦਾ। ਇਹ ਪਰਮਾਤਮਾ ਦਾ ਨਾਮ ਹੀ ਸ਼ਤੀਰ ਹੈ, ਅੰਤःਕਰਨ ਨੂੰ ਕਹਿ ਲਈਏ ਕਿ ਸਹਾਰਾ ਦੇਣ ਵਾਸਤੇ। ਪਰ ਜੇ ਹਿਰਦੇ ਵਿੱਚ ਨਾਮ ਨਹੀਂ ਨਾ ਰਹੇਗਾ ਤੇ ਫਿਰ ਕਹਿੰਦੇ ਹਿਰਦਾ ਜੋ ਅੰਤঃਕਰਨ ਹੈ ਇਹ ਵੀ ਡਿੱਗ ਜਾਏਗਾ। ਛੇਤੀ ਵੈਰਾਗ ਵਿੱਚ ਪੈ ਕੇ, ਕਦੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹਨਾਂ ਵਿਕਾਰਾਂ ਵਿੱਚ ਪੈ ਕੇ ਛੇਤੀ ਆਪਣੇ ਜੀਵਨ ਤੋਂ ਡਿੱਗ ਪਵੇਗਾ। ਇਹ ਅੰਤঃਕਰਨ ਵੀ ਉਹਨਾਂ ਚਿਰ ਜਿੰਨਾ ਚਿਰ ਪ੍ਰਮਾਤਮਾ ਦਾ ਨਾਮ ਇਹਦਾ ਸਹਾਰਾ ਬਣਿਆ ਹੋਇਆ ਹੈ। ਜਦੋਂ ਨਾਮ ਦੇ ਸਹਾਰੇ ਨੂੰ ਛੱਡ ਦਿੱਤਾ ਅੰਤঃਕਰਨ ਨੇ, ਤੇ ਫਿਰ ਕਹਿੰਦੇ ਵੀ ਇਹ ਅੰਤঃਕਰਨ ਵੀ ਵਿਕਾਰਾਂ ਵਿੱਚ ਜਾ ਕੇ ਡਿੱਗ ਪੈਂਦਾ ਹੈ, ਇਸ ਦਾ ਆਸਰਾ ਫਿਰ ਰਹਿੰਦਾ ਨਹੀਂ ਹੈ। ਨਾਮ ਬਿਨਾ ਕੈਸੇ ਪਾਰ ਉਤਰੈ। ਭਾਈ ਜਿੰਨਾ ਚਿਰ ਨਾਮ ਨਹੀਂ ਨਾ ਜਪਦੇ, ਬਾਣੀ ਨਹੀਂ ਨਾ ਪੜ੍ਹਦੇ, ਸਿਮਰਨ ਨਹੀਂ ਨਾ ਕਰਦੇ, ਉਹਨਾਂ ਚਿਰ ਪੱਕਾ ਬਚਨ ਸਮਝ ਲਓ ਵੀ ਸੰਸਾਰ ਤੋਂ ਪਾਰ ਨਹੀਂ ਹੋਇਆ ਜਾਣਾ। ਜਿਵੇਂ ਸਾਹਾਂ ਤੋਂ ਬਿਨਾਂ ਸਰੀਰ ਨਹੀਂ ਰਹਿ ਸਕਦਾ ਹੈ, ਨਾਮ ਤੋਂ ਬਿਨਾਂ ਅੰਤঃਕਰਨ ਦੀ ਸ਼ੁੱਧੀ ਨਹੀਂ ਰਹਿ ਸਕਦੀ ਹੈ, ਇਸੇ ਤਰ੍ਹਾਂ ਸ਼ਤੀਰ ਤੋਂ ਬਿਨਾਂ, ਗਾਡਰ ਤੋਂ ਬਿਨਾਂ ਇਹ ਘਰ ਨਹੀਂ ਰਹਿ ਸਕਦਾ।
ਇਸੇ ਤਰ੍ਹਾਂ ਗੁਰਮੁਖੋ ਨਾਮ ਤੋਂ ਬਿਨਾਂ ਸੰਸਾਰ ਤੋਂ ਨਹੀਂ ਜੇ ਪਾਰ ਹੋਇਆ ਜਾਣਾ। ਇਹ ਉਦਾਹਰਨ ਦਿੱਤੀ ਹੈ ਸਮਝਾਉਣ ਵਾਸਤੇ, ਕਿਉਂਕਿ ਸਾਡੀਆਂ ਰੋਜ਼ਮर्रा ਦੀ ਜ਼ਿੰਦਗੀ ਵਿੱਚ ਵਰਤਣ ਵਾਲੀਆਂ ਚੀਜ਼ਾਂ ਨੇ, ਵਸਤੂਆਂ ਨੇ, ਜਿਨ੍ਹਾਂ ਨੂੰ ਵੇਖ ਕੇ ਸਾਨੂੰ ਸਮਝ ਬੜੀ ਛੇਤੀ ਆ ਜਾਏਗੀ। ਔਰ ਸਮਝਾਉਣ ਦਾ ਇਹ ਤਰੀਕਾ ਹੋਇਆ ਕਰਦਾ ਮਹਾਤਮਾ ਦੇ ਕੋਲ, ਮਹਾਂਪੁਰਖਾਂ ਦੇ ਕੋਲ। ਸੋ ਕਬੀਰ ਸਾਹਿਬ ਜੀ ਇਸ ਤਰੀਕੇ ਦਾ ਉਪਦੇਸ਼ ਦੇ ਰਹੇ ਨੇ। ਕਹਿਣ ਲੱਗੇ ਭਾਈ, ਜਿਵੇਂ ਸਵਾਸਾਂ ਬਿਨਾਂ ਸਰੀਰ ਨਹੀਂ ਹੈ, ਨਾਮ ਤੋਂ ਬਿਨਾਂ ਅੰਤःਕਰਨ ਸ਼ੁੱਧ ਨਹੀਂ ਹੈ, ਅਤੇ ਛੱਤ ਤੋਂ ਬਿਨਾਂ ਜਿਵੇਂ ਘਰ ਨਹੀਂ ਹੋ ਸਕਦਾ, ਇਸੇ ਤਰ੍ਹਾਂ ਭਾਈ ਨਾਮ ਤੋਂ ਬਿਨਾਂ ਸੰਸਾਰ ਤੋਂ ਨਹੀਂ ਹੋ ਪਾਰ ਹੋਇਆ ਜਾਣਾ। ਭਾਵੇਂ ਤੂੰ ਜਿੰਨੇ ਮਰਜ਼ੀ ਕਹਿ ਕਿ ਮੈਂ ਜਪ ਕੀਤੇ, ਤਪ ਕੀਤੇ, ਜਲ ਧਾਰੇ ਕੀਤੇ, ਮੈਂ ਵਰਤ ਰੱਖ ਲੈ, ਮੈਂ ਤੀਰਥ ਯਾਤਰਾ ਕਰ ਲਈ, ਇੱਕ ਬਚਨ ਪੱਲੇ ਬੰਨ੍ਹ ਲੈ, ਤੀਰਥ ਯਾਤਰਾ ਕੀਤਿਆਂ, ਜਲ ਧਾਰੇ ਕੀਤਿਆਂ, ਵਰਤ ਰੱਖਿਆ, ਮੁਕਤੀ ਨਹੀਂ ਹੋਵੇਗੀ, ਮੁਕਤ ਨਹੀਂ ਹੋਵੇਗਾ। ਮਹਾਰਾਜ ਕਹਿਣ ਲੱਗੇ, ਜੇ ਤੀਰਥਾਂ 'ਤੇ ਜਾਵੇਂਗਾ ਤੇ ਮਨ ਵਿੱਚ ਮਾਨ ਹੈ, ਤੀਰਥ ਜਾਏ ਤਾਂ ਹਉ ਹਉ ਕਰਤੇ, ਹੰਕਾਰ ਆ ਗਿਆ, ਯਾਤਰਾ ਸਫਲੀ ਨਹੀਂ ਹੋਈ ਹੈ। ਇਸੇ ਤਰ੍ਹਾਂ ਨਹਾਵਣ ਚੱਲੇ ਤੀਰਥੀ, ਮਨ ਖੋਟੇ ਤਨ ਚੋਰ। ਮਨ ਵਿੱਚ ਕੋਈ ਵਕਾਰੀ ਬਿਰਤੀ ਆ ਗਈ ਤਾਂ ਵੀ ਯਾਤਰਾ ਵਿੱਚ ਰਹਿ ਗਏ। ਵਰਤ ਰੱਖ ਲੈਂਦਾ, ਵਰਤ ਰੱਖ ਕੇ ਫਿਰ ਮਾਨ ਕਰਦਾ ਮੈਂ ਇੰਨੇ ਵਰਤ ਰੱਖੇ। ਮਹਾਰਾਜ ਕਹਿਣ ਲੱਗੇ, ਤੀਰਥ ਵਰਤ ਅਰਦਾਨ ਕਰ, ਫਿਰ ਦਾਨ ਦੀ ਗਿਣਤੀ ਹੋ ਜਾਂਦੀ ਹੈ, ਮੈਂ ਇੰਨਾ ਦਾਨ ਕਰਦਾ, ਗਿਣਤੀ ਮਿਣਤੀ ਵਿੱਚ ਪੈ ਜਾਂਦਾ ਹੈ। ਪਾਤਸ਼ਾਹ ਕਹਿਣ ਲੱਗੇ, ਫਿਰ ਇਹਨਾਂ ਚੀਜ਼ਾਂ ਦਾ ਗੁਮਾਨ ਆ ਜਾਂਦਾ, ਹੰਕਾਰ ਆ ਜਾਂਦਾ। ਜੇ ਹੰਕਾਰ ਆ ਗਿਆ ਤੇ ਫਿਰ ਮੁਕਤੀ ਨਹੀਂ ਮਿਲੇਗੀ। ਪਾਤਸ਼ਾਹ ਬਚਨ ਬਖਸ਼ਿਸ਼ ਕਰਦੇ, ਕਹਿੰਦੇ ਭਾਈ ਨਾਮ ਤੋਂ ਬਿਨਾਂ ਸੰਸਾਰ ਤੋਂ ਪਾਰ ਨਹੀਂ ਹੋਇਆ ਜਾਂਦਾ ਹੈ। ਇਹ ਬਚਨ ਪੱਲੇ ਬੰਨਣਾ ਕਰ। ਕੁੰਭ ਬਿਨਾ ਜਲ ਨਾ ਟਿਕਾਵੈ। ਕੁੰਭ ਗੁਰਮੁਖੋ ਘੜਾ ਹੈ, ਘੜੇ ਦੇ ਆਸਰੇ ਤੋਂ ਬਿਨਾਂ ਪਾਣੀ ਰੋਕ ਨਹੀਂ ਸਕਦਾ ਹੈ। ਸੋ ਜੇ ਘੜਾ, ਜੇ ਭਾਂਡਾ ਹੋਵੇਗਾ, ਭਾਂਡੇ ਦੇ ਆਸਰੇ ਨਾਲ ਪਾਣੀ ਰੁਕਦਾ ਹੈ, ਪਾਣੀ ਨੂੰ ਭਾਂਡੇ ਦਾ ਆਸਰਾ ਹੈ। ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਕੁੰਭੇ ਬੱਧਾ ਜਲ ਰਹਿ। ਜਲ ਜਿਹੜਾ ਹੈ ਪਾਣੀ, ਉਹ ਕੁੰਭੇ ਕਹੀਏ ਘੜੇ ਦਾ ਬੱਧਾ ਹੋਇਆ, ਵੀ ਘੜੇ ਨੇ ਆਸਰਾ ਦਿੱਤਾ ਹੈ ਤੇ ਪਾਣੀ ਤਾਂ ਜਿਹੜਾ ਹੈ ਉਹ ਬੱਧਾ ਹੋਇਆ, ਟਿਕਿਆ ਹੋਇਆ ਬੈਠਾ ਹੈ। ਪਰ ਦੂਜਾ ਬਚਨ ਗੁਰਮੁਖੋ ਇਹ ਵੀ ਹੈ ਕਿ ਜਲ ਬਿਨ ਕੁੰਭ ਨਾ ਹੋਏ। ਜੇ ਘੁਮਿਆਰ ਨੇ ਘੜਾ ਬਣਾਉਣਾ ਨਾ, ਤੇ ਘੜਾ ਬਣਾਉਣ ਤੋਂ ਪਹਿਲਾਂ ਪਾਣੀ ਦੀ ਲੋੜ ਪੈਂਦੀ ਹੈ, ਕਿਉਂਕਿ ਪਾਣੀ ਹੋਵੇਗਾ ਤੇ ਤਾਂ ਮਿੱਟੀ ਗੋਹੇਗਾ, ਮਿੱਟੀ ਗੋਹੇਗਾ ਤਾਂ ਹੀ ਚੱਕ 'ਤੇ ਚਾੜੇਗਾ, ਚੱਕ 'ਤੇ ਚਾੜੇਗਾ ਤੇ ਤਾਂ ਹੀ ਘੜਾ ਬਣੇਗਾ। ਜੇ ਅੱਜ ਘੜਾ ਪਾਣੀ ਦਾ ਆਸਰਾ ਬਣਿਆ ਹੈ ਤੇ ਇਸ ਤੋਂ ਪਹਿਲਾਂ ਪਾਣੀ ਘੜੇ ਦਾ ਆਸਰਾ ਬਣਿਆ ਹੈ, ਕਿਉਂਕਿ ਪਾਣੀ ਨਾਲ ਹੀ ਘੜਾ ਬਣਿਆ, ਮਿੱਟੀ ਤਾਂ ਹੀ ਗੋਈ ਗਈ ਹੈ, ਤਾਂ ਹੀ ਉਹ ਘੜੇ ਦੇ ਰੂਪ ਵਿੱਚ ਬਣਿਆ ਹੈ। ਜਿਵੇਂ ਘੜਾ ਪਾਣੀ ਬਿਨਾਂ ਨਹੀਂ ਹੈ ਤੇ ਇਸੇ ਤਰ੍ਹਾਂ ਪਾਣੀ ਘੜੇ ਬਿਨਾਂ ਨਹੀਂ ਹੈ। ਇਹ ਉਦਾਹਰਨ ਹੈ। ਪਾਤਸ਼ਾਹ ਕਹਿਣ ਲੱਗੇ, ਭਾਈ ਕੁੰਭ ਬਿਨਾਂ ਜਲ ਨਾ ਟਿਕਾਵੈ। ਪਾਣੀ ਦੇ ਆਸਰੇ ਤੋਂ ਬਿਨਾਂ, ਇਹ ਘੜੇ ਦੇ ਆਸਰੇ ਤੋਂ ਬਿਨਾਂ ਪਾਣੀ ਟਿਕ ਨਹੀਂ ਸਕਦਾ ਹੈ, ਰਹਿ ਨਹੀਂ ਸਕਦਾ ਹੈ। ਪਾਣੀ ਨੂੰ ਘੜੇ ਦਾ ਆਸਰਾ ਲੈਣਾ ਪੈਂਦਾ ਤਾਂ ਪਾਣੀ ਰਹਿੰਦਾ ਹੈ। ਹੁਣ ਬਖਸ਼ਿਸ਼ ਸਤਿਗੁਰੂ ਕਰਦੇ ਹਨ, ਫਿਰ ਫਰਮਾਉਂਦੇ ਹਨ, ਕੁੰਭ ਬਿਨਾ ਜਲ ਨਾ ਟਿਕਾਵੈ। ਗੁਰਮੁਖੋ ਕੁੰਭ ਕੀ ਹੈ? ਕੁੰਭ ਕਹੀਏ ਆਪਾਂ ਜੋ ਭਗਤੀ ਵਾਲਾ ਹਿਰਦਾ ਹੈ, ਇਹ ਕੁੰਭ ਹੈ। ਜਿੰਨਾ ਚਿਰ ਭਗਤੀ ਵਾਲਾ ਹਿਰਦਾ ਨਹੀਂ, ਜਲ ਕੀ ਹੈ? ਪਰਮਾਤਮਾ ਦਾ ਨਾਮ। ਉਹਨਾਂ ਚਿਰ ਪਰਮਾਤਮਾ ਦਾ ਨਾਮ ਵੀ ਨਹੀਂ ਟਿਕੇਗਾ, ਜਿੰਨਾ ਚਿਰ ਹਿਰਦਾ ਭਗਤੀ ਵਾਲਾ ਨਹੀਂ ਨਾ ਬਣਦਾ। ਜਿਹੜਾ ਹਿਰਦਾ ਸ਼ੈਤਾਨ ਬਣਿਆ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਭਰਿਆ ਹੋਇਆ, ਉਸ ਹਿਰਦੇ ਵਿੱਚ ਫਿਰ ਪਰਮਾਤਮਾ ਦਾ ਨਾਮ ਵੀ ਨਹੀਂ ਜਪਿਆ ਜਾਂਦਾ। ਪਰ ਜਿਨ੍ਹਾਂ ਦੇ ਹਿਰਦੇ ਭਗਤੀ ਵਾਲੇ ਹੋ ਗਏ ਗੁਰਮੁਖਾਂ ਦੇ, ਪਾਤਸ਼ਾਹ ਕਹਿਣ ਲੱਗੇ, ਭਗਤੀ ਵਾਲੇ ਹਿਰਦੇ ਉਹ ਨਾਮ ਰੂਪੀ ਜਲ ਦੇ ਨਾਲ ਭਰ ਜਾਂਦੇ। ਐਸੀ ਉਹਨਾਂ 'ਤੇ ਬਖਸ਼ਿਸ਼ ਹੁੰਦੀ ਹੈ। ਪਰ ਭਗਤੀ ਦੇ ਹਿਰਦੇ ਬਿਨਾਂ ਨਾਮ ਰੂਪੀ ਜਲ ਵੀ ਨਹੀਂ ਠਹਿਰਦਾ ਹੈ, ਭਾਵ ਕਿ ਨਾਮ ਵੀ ਨਹੀਂ ਪ੍ਰਾਪਤ ਹੁੰਦਾ ਹੈ। ਸਾਧੂ ਬਿਨ ਐਸੇ ਅਵਗਤ ਜਾਵੈ। ਭਾਈ ਸਾਧੂ ਤੋਂ ਬਿਨਾਂ, ਸਾਧ ਸੰਗਤ ਤੋਂ ਬਿਨਾਂ ਵਿਅਕਤੀ ਅਵਗਤ, ਅਵਗਤ ਤੋਂ ਭਾਵ ਹੁੰਦਾ ਬੇਗਤਾ, ਅਵਗਤਾ। ਆਪਾਂ ਕਹਿੰਦੇ ਇਹਦੀ ਗਤੀ ਨਹੀਂ ਹੋਈ ਹੈ, ਇਹ ਭੜਕਦਾ ਪਿਆ ਹੈ, ਇਹ ਬੇਗਤ ਹੋ ਗਿਆ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਸਾਧੂ ਬਿਨ, ਸਾਧ ਸੰਗਤ ਤੋਂ ਬਿਨਾਂ, ਸਾਧ ਸੰਗਤ ਵਿੱਚ ਬੈਠ ਕੇ ਨਾਮ ਸੁਣੇ ਤੋਂ ਬਿਨਾਂ, ਬਾਣੀ ਪੜ੍ਹੇ ਤੋਂ ਬਿਨਾਂ, ਜੀਵਨ ਕਮਾਏ ਤੋਂ ਬਿਨਾਂ, ਸਾਧੂ ਦੀ ਸੰਗਤ ਕੀਤੇ ਤੋਂ ਬਿਨਾਂ ਇਹ ਜਿਹੜਾ ਪ੍ਰਾਣੀ ਜੀਵ ਹੈ ਅਵਗਤ ਜਾਵੇ, ਬੇਗਤਾ ਜਾਂਦਾ। ਇਹਦੀ ਗਤੀ ਨਹੀਂ ਹੁੰਦੀ ਹੈ, ਇਹਦੀ ਮੁਕਤੀ ਨਹੀਂ ਹੁੰਦੀ ਹੈ। ਵਾਰ-ਵਾਰ ਜਨਮਾਂ ਵਿੱਚ ਆਉਂਦਾ ਹੈ, ਟੇਢੀਆਂ ਜੂਨਾਂ ਵਿੱਚ ਚਲੇ ਜਾਂਦਾ ਹੈ। ਸੋ ਜਿਵੇਂ ਘੜਾ
ਪਾਣੀ ਦਾ ਆਸਰਾ ਹੈ। ਇਸੇ ਤਰ੍ਹਾਂ ਇਸ ਜੀਵ ਦਾ ਆਸਰਾ ਪ੍ਰਮਾਤਮਾ ਦਾ ਨਾਮ ਹੈ। ਜਿਵੇਂ ਘੜਾ ਪਾਣੀ ਦਾ ਆਸਰਾ ਹੈ, ਇਸੇ ਤਰ੍ਹਾਂ ਸਾਡੀ ਆਤਮਾ ਦਾ ਆਸਰਾ ਪ੍ਰਮਾਤਮਾ ਦਾ ਨਾਮ ਹੈ। ਜੇ ਨਾਮ ਨਹੀਂ ਨਾ ਜਪਿਆ ਤੇ ਫਿਰ ਇਹ ਬੇਗਤਾ, ਅਵਗਤ ਤੋਂ ਭਾਵ ਬੇਗਤਾ, ਟੇਢੀਆਂ ਜੂਨਾਂ ਵਿੱਚ ਜਾਣ ਵਾਲਾ ਬਣ ਜਾਂਦਾ ਹੈ। ਚਾਰੋ ਤਿਸੈ ਜੋ ਰਾਮ ਨ ਚੇਤੈ। ਭਾਈ ਜਿਹੜਾ ਰਾਮ ਨੂੰ ਚੇਤੇ ਨਹੀਂ ਨਾ ਕਰਦਾ, ਰਾਮ ਕੌਣ? ਪਰਮੇਸ਼ਰ। ਜਿਹੜਾ ਸਰੀਰ ਪਰਮੇਸ਼ਰ ਨੂੰ ਚੇਤੇ ਨਹੀਂ ਕਰਦਾ, ਕਹਿਣ ਲੱਗੇ ਉਹ ਸਰੀਰ ਹੀ ਸਾੜ ਦਿਓ। ਕਾਹਦੇ ਵਾਸਤੇ? ਕਿਉਂਕਿ ਉਸਨੇ ਰੱਬ ਨੂੰ ਤੇ ਯਾਦ ਕੀਤਾ ਹੀ ਨਹੀਂ, ਫਿਰ ਆਇਆ ਕਿਉਂ ਹੈ? ਕਿਸ ਵਾਸਤੇ ਆਇਆ ਹੈ? ਬਾਬਾ ਫਰੀਦ ਸਾਹਿਬ ਜੀਆਂ ਨੇ ਬੜੇ ਸਖਤ ਬਚਨ ਕਹਿ ਦਿੱਤੇ। ਕਹਿਣ ਲੱਗੇ, ਫਰੀਦਾ ਜੋ ਸਿਰ ਸਾਈਂ ਨਾ ਨਿਵੈ। ਇਹ ਸਾਡਾ ਸਿਰ ਵੀ ਤੇ ਸਰੀਰ ਦਾ ਇੱਕ ਅੰਗ ਹੀ ਹੈ ਨਾ, ਪਰ ਇਹ ਕਦੇ ਨਹੀਂ ਕਿਸੇ ਗੁਰੂ ਅੱਗੇ, ਕਿਸੇ ਸਾਧੂ ਅੱਗੇ ਝੁਕਿਆ ਹੀ ਨਹੀਂ, ਐ ਬੜਾ ਆਕੜ ਕੇ ਹਰ ਵੇਲੇ। ਜੋ ਸਿਰ ਸਾਈਂ ਨਾ ਨਿਵੈ, ਕਹਿੰਦੇ ਸਾਈਂ ਦੇ ਅੱਗੇ, ਪਰਮੇਸ਼ਰ ਦੇ ਅੱਗੇ ਜਿਹੜਾ ਸਿਰ ਕਦੇ ਨਿਉਂਦਾ ਹੀ ਨਹੀਂ। ਸੋ ਸਿਰ ਕੀਜੈ ਕਾਹੇ, ਉਹ ਸਿਰ ਦਾ ਕਰਨਾ ਵੀ ਕੀ ਹੈ? ਤੇ ਫਿਰ ਅਗਲਾ ਬਚਨ ਕਰਦੇ, ਕਹਿਣ ਲੱਗੇ, ਕੁੰਨੈ ਹੇਠ ਜਲਾਈਐ ਬਾਲਣ ਸੰਧੈ ਥਾਏ। ਜਿਵੇਂ ਅਸੀਂ ਲੱਕੜਾਂ ਚੁੱਲ੍ਹੇ ਦੇ ਵਿੱਚ ਪਾ ਕੇ ਬਾਲੀ ਦੀਆਂ ਉੱਪਰ ਅਸੀਂ ਹਾਂਡੀ ਵਗੈਰਾ ਰੱਖ ਦਈਦੀ ਹੈ ਸਬਜ਼ੀ ਬਣਾਉਣ ਵਾਸਤੇ, ਕਹਿਣ ਲੱਗੇ ਲੱਕੜਾਂ ਦੀ ਥਾਂ 'ਤੇ ਭਾਈ ਸਿਰ ਨੂੰ ਹੀ ਅੱਗ ਲਾ ਦਿਓ ਉੱਥੇ, ਕਿਉਂਕਿ ਇਹ ਕੰਮ ਨਹੀਂ ਆਇਆ। ਇਹ ਕਿਸੇ ਰੱਬ ਦੇ ਅੱਗੇ, ਕਿਸੇ ਸਾਧੂ ਅੱਗੇ, ਕਿਸੇ ਗੁਰਮੁਖ ਅੱਗੇ ਝੁਕਿਆ ਹੀ ਨਹੀਂ। ਤੇ ਫਿਰ ਇਹ ਸਿਰ ਦਾ ਕੀ ਫਾਇਦਾ? ਇਹ ਸਰੀਰ ਦਾ ਕੀ ਫਾਇਦਾ ਹੈ? ਸਤਿਗੁਰੂ ਇੱਥੇ ਕਹਿ ਰਹੇ ਨੇ, ਕਹਿੰਦੇ ਜਾਰੋ ਤਿਸੈ ਜੋ ਰਾਮ ਨਾ ਚੇਤੈ। ਉਸ ਨੂੰ ਸਾੜ ਦਿਓ ਭਾਈ ਜਿਹੜਾ ਰਾਮ ਨਾਮ ਨੂੰ ਚੇਤੇ ਨਹੀਂ ਕਰਦਾ ਹੈ। ਐਸੇ ਸਰੀਰ ਦਾ ਕਰਨਾ ਵੀ ਕੀ ਹੈ? ਇਹ ਸਰੀਰਾ ਮੇਰਿਆ ਹਰ ਤੁਮੈ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ। ਮਹਾਰਾਜ ਸਾਹਿਬ ਜੀਆਂ ਦਾ ਬਚਨ, ਇਹ ਸਰੀਰਾ ਮੇਰਿਆ ਹਰ ਤੁਮੈ ਜੋਤ ਧਰੀ, ਤਾ ਤੂੰ ਜਗ ਮੈਂ ਆਇਆ। ਇਸ ਸੰਸਾਰ ਵਿੱਚ ਤੈਨੂੰ ਰੱਬ ਨੇ ਲਿਆਂਦਾ ਇਸ ਵਾਸਤੇ ਕਿ ਤੂੰ ਨਾਮ ਜਪੇ, ਪਰ ਜੇ ਤੂੰ ਰੱਬ ਨੂੰ ਚੇਤੇ ਹੀ ਨਹੀਂ ਕੀਤਾ ਤੇ ਫਿਰ ਸੰਸਾਰ ਵਿੱਚ ਆਉਣ ਦਾ ਫਾਇਦਾ ਹੀ ਕੀ ਹੈ? ਕੋਈ ਲਾਭ ਨਹੀਂ ਹੈ। ਗੁਰਮੁਖਾਂ ਨੇ ਬਚਨ ਕੀਤੇ, ਕਹਿਣ ਲੱਗੇ, ਜਨਨੀ ਜਨੈ ਕੈ ਭਗਤ ਜਨ, ਕਹਿ ਦਾਤਾ ਕੈ ਸੂਰ, ਨਾਹੀਂ ਤਾਂ ਜਨਨੀ ਬਾਝ ਰਹਿ, ਕਾਹੇ ਗਵਾਵਹਿ ਨੂਰ। ਜੇ ਭਗਤ ਨਹੀਂ ਬਣਿਆ, ਸਾਧੂ ਨਹੀਂ ਬਣਿਆ, ਸੂਰਮਾ ਨਹੀਂ ਬਣਿਆ, ਤੇ ਫਿਰ ਐਸੇ ਪੁੱਤਰ ਦਾ, ਐਸੇ ਔਲਾਦ ਦਾ ਕੀ ਕਰਨਾ ਹੈ? ਆਪਣੇ ਆਪ ਦੇ, ਆਪਣੇ ਤਨ ਨੂੰ ਖਤਮ ਕਰਨਾ, ਸਰੀਰ ਨੂੰ ਖਤਮ ਕਰਨ ਵਾਲੀ ਗੱਲ ਹੈ। ਕਹਿਣ ਲੱਗੇ, ਭਾਈ ਜਿਹੜਾ ਰੱਬ ਦੇ ਨਾਮ ਨੂੰ ਚੇਤੇ ਨਹੀਂ ਕਰਦਾ, ਉਹ ਤੇ ਭਾਵੇਂ ਸਾੜ ਹੀ ਦਿਓ ਉਸ ਨੂੰ, ਉਹਦਾ ਕੋਈ ਫਾਇਦਾ ਨਹੀਂ ਹੈ। ਤਨ ਮਨ ਰਮਤ ਰਹੇ ਮੈਂ ਖੇਤੈ। ਪਰ ਇਹ ਸੰਸਾਰ ਇੱਕ ਖੇਤ ਹੈ, ਤੇ ਖੇਤ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਆਪਣੇ ਤਨ ਕਰਕੇ, ਆਪਣੇ ਮਨ ਕਰਕੇ ਪ੍ਰਮਾਤਮਾ ਦੇ ਨਾਮ ਨੂੰ ਉਚਾਰਦਾ ਰਵੇ। ਜਿਵੇਂ ਖੇਤ ਵਿੱਚ ਬੈਠਾ ਹੋਇਆ ਕਿਸਾਨ ਕੁਝ ਨਾ ਕੁਝ ਬੀਜਦਾ ਰਹਿੰਦਾ, ਕਦੇ ਕੁਝ ਕੱਟਦਾ ਰਹਿੰਦਾ, ਕਦੇ ਪਾਣੀ ਦੇ ਲਿਆ, ਕਦੇ ਆਪਣੇ ਖੇਤ ਦਾ ਗੇੜਾ ਦੇ ਲਿਆ। ਕਹਿਣ ਲੱਗੇ, ਭਾਈ ਇਹ ਸੰਸਾਰ ਵੀ ਇੱਕ ਖੇਤ ਹੀ ਹੈ। ਇਹਦੇ ਵਿੱਚ ਆ ਕੇ ਜਿਹੜਾ ਰਾਮ ਰਾਮ ਕਹਿਣਾ ਹੈ, ਜਿਹੜਾ ਪ੍ਰਮਾਤਮਾ ਨੂੰ ਸਿਮਰਦੇ ਰਹਿਣਾ ਹੈ, ਕਦੇ ਸੇਵਾ ਕਰ ਲਈ, ਕਦੇ ਸਿਮਰਨ ਕਰ ਲਿਆ, ਕਦੇ ਬਾਣੀ ਪੜ੍ਹ ਲਈ, ਕਦੇ ਸਤਸੰਗਤ ਵਿੱਚ ਜਾ ਕੇ ਬੈਠ ਗਏ। ਇਹ ਸੰਸਾਰ ਖੇਤ ਵਿੱਚ ਆਏ ਹੋਏ ਵਿਅਕਤੀ ਸਫਲੇ ਨੇ। ਸੋ ਇਹ ਸੰਸਾਰ ਖੇਤ ਉਹਨਾਂ ਵਾਸਤੇ ਸਫਲਾ ਹੈ। ਪਾਤਸ਼ਾਹ ਕਹਿਣ ਲੱਗੇ, ਤਨ ਮਨ ਰਮਤ ਰਹਿ ਮਹਿ ਖੇਤੈ। ਇਹ ਜੋ ਸੰਸਾਰ ਖੇਤ ਹੈ, ਇਸ ਵਿੱਚ ਤਨ ਕਰਕੇ, ਮਨ ਕਰਕੇ ਮਿਲਿਆ ਰਹਿੰਦਾ ਇਹ ਜੀਵ, ਤੇ ਫਿਰ ਇਸ ਸੰਸਾਰ ਵਿੱਚ ਹੀ ਰਹਿ ਜਾਂਦਾ ਹੈ। ਜਦੋਂ ਅਸੀਂ ਪੁੱਤਰਾਂ ਦੇ, ਪਰਿਵਾਰਾਂ ਦੇ, ਸੰਸਾਰ ਦੇ ਮੋਹ ਵਿੱਚ ਪੈ ਗਏ ਨਾ, ਪਦਾਰਥਾਂ ਦੇ ਮੋਹ ਵਿੱਚ ਪੈ ਗਏ, ਫਿਰ ਇਹ ਵਿਅਕਤੀ ਸੰਸਾਰ ਰੂਪੀ ਖੇਤ ਵਿੱਚ ਹੀ ਰਹਿ ਜਾਂਦਾ ਹੈ। ਵਾਰ-ਵਾਰ ਇੱਥੇ ਹੀ ਜਨਮ ਲੈ ਕੇ ਤੁਰਿਆ ਆਵੇਗਾ, ਕਦੇ ਸੰਸਾਰ ਖੇਤ ਤੋਂ ਮੁਕਤ ਨਹੀਂ ਹੋਵੇਗਾ। ਪਰ ਜਿਨ੍ਹਾਂ ਨੇ ਇਸ ਸੰਸਾਰ ਵਿੱਚ ਆ ਕੇ ਨਾਮ ਜਪਿਆ ਹੈ ਪਰਮਾਤਮਾ ਦਾ, ਉਹ ਫਿਰ ਇਸ ਸੰਸਾਰ ਰੂਪੀ ਖੇਤ ਵਿੱਚੋਂ ਮੁਕਤ ਹੋ ਜਾਂਦੇ। ਐਸੀਆਂ ਦਾਤਾਂ ਉਹਨਾਂ ਨੂੰ ਪ੍ਰਾਪਤ ਹੁੰਦੀਆਂ ਹਨ। ਜੈਸੇ ਜਲ ਹਰ ਬਿਨਾ ਜਿਮੀ ਨਾ ਬੋਈਐ। ਸਤਿਗੁਰੂ ਪਾਤਸ਼ਾਹ ਬਚਨ ਬਖਸ਼ਿਸ਼ ਕਰਦੇ, ਕਹਿਣ ਲੱਗੇ, ਜੈਸੇ ਹਲ ਹਰ ਬਿਨਾ, ਹਲ ਹਰ ਬਿਨਾ, ਹਰ ਤੋਂ ਭਾਵ ਹੈ ਗੁਰਮੁਖੋ ਪਾਣੀ। ਜਿੰਨਾ ਚਿਰ ਧਰਤੀ ਨੂੰ ਪਾਣੀ ਨਹੀਂ ਲਾਇਆ, ਮਿੱਟੀ ਗਿੱਲੀ ਨਹੀਂ ਹੋਈ ਹੈ, ਫਿਰ ਉਸ ਤੋਂ ਬਾਅਦ 'ਚ ਮਿੱਟੀ ਵੱਤਰ ਨਹੀਂ ਆਈ ਹੈ, ਬੀਜ ਪਾਉਣ ਦਾ ਕੋਈ ਫਾਇਦਾ ਨਹੀਂ। ਸੁੱਕੀ ਮਿੱਟੀ ਵਿੱਚ ਬੀਜ ਨਹੀਂ ਉਗਦਾ ਹੈ। ਹਰ ਨਾਮ ਪਾਣੀ ਦਾ ਹੈ। ਖੇਤ ਬੀਜਣ ਵਾਸਤੇ ਪਹਿਲਾਂ ਪਾਣੀ ਚਾਹੀਦਾ ਹੈ, ਫਿਰ ਮਿੱਟੀ ਵੱਤਰ ਆ ਗਈ ਹੈ, ਫਿਰ ਉਸ ਨੂੰ ਵਾਹੁਣ ਵਾਸਤੇ ਹਲ ਚਾਹੀਦਾ ਹੈ। ਹਲ ਹੋਵੇਗਾ ਤੇ ਫਿਰ ਖੇਤ ਵਾਹਿਆ ਜਾਏਗਾ। ਉਸ ਤੋਂ ਬਾਅਦ ਵਿੱਚ
ਕਹਿਣ ਲੱਗੇ ਵੀ ਖੇਤ ਵਿੱਚ ਫਿਰ ਦਾਣੇ ਪਾਉਣੇ ਪੈਣਗੇ, ਬੀ ਪਾਉਣਾ ਪਵੇਗਾ, ਫਿਰ ਉਹ ਬੀ ਉਗਦਾ ਹੈ ਤੇ ਫਿਰ ਖੇਤ ਹਰਿਆ ਭਰਿਆ ਹੋ ਜਾਂਦਾ, ਆਮਦਨ ਪ੍ਰਾਪਤ ਹੁੰਦੀ ਹੈ। ਇਸੇ ਤਰ੍ਹਾਂ ਮਹਾਰਾਜ ਬਚਨ ਬਖਸ਼ਿਸ਼ ਕਰਦੇ, ਕਹਿਣ ਲੱਗੇ ਗੁਰਮੁਖਾ, ਜੈਸੇ ਹਾਲ ਹਾਰ ਬਿਨਾ ਜਿਮੀ ਨਹੀਂ ਬੋਈਐ। ਜਿਮੀ ਨਾਮ ਜ਼ਮੀਨ ਦਾ। ਜ਼ਮੀਨ ਕੀ ਹੈ? ਇਹ ਜੋ ਤੇਰੀ ਬੁੱਧੀ ਹੈ, ਇਹ ਬੁੱਧੀ ਜਿਹੜੀ ਹੈ, ਇਸ ਨੂੰ ਪਹਿਲਾਂ ਨਾਮ ਰੂਪੀ ਜਿਹੜਾ ਜਲ ਹੈ ਉਹ ਤੈਨੂੰ ਦੇਣਾ ਪਵੇਗਾ, ਨਾਮ ਦਾ ਜਲ। ਅਤੇ ਫਿਰ ਇਸੇ ਤਰ੍ਹਾਂ ਬਚਨ ਬਖਸ਼ਿਸ਼ ਕਰਦੇ, ਕਹਿਣ ਲੱਗੇ ਕਿ ਇਹ ਮਨ ਹਾਲੀ ਹੈ, ਮਨ ਰੂਪੀ ਹਲ ਵਾਹੁਣਾ ਪਵੇਗਾ ਅਤੇ ਤਾਂ ਜਾ ਕੇ ਇਹ ਜਿਹੜਾ ਤੇਰਾ ਸਰੀਰ ਹੈ ਨਾ, ਇਹ ਸਫਲਾ ਤਾਂ ਹੋਵੇਗਾ। ਜਿਵੇਂ ਧਰਤੀ ਬੀਜਣ ਵਾਸਤੇ ਪਾਣੀ ਦੀ ਵੀ ਲੋੜ ਹੈ, ਹਲ ਦੀ ਵੀ ਲੋੜ ਹੈ, ਹਾਲੀ ਦੀ ਵੀ ਲੋੜ ਹੈ। ਇਕੱਲਾ ਹਲ ਆਪੇ ਨਹੀਂ ਫਿਰੇਗਾ, ਹਲ ਫੇਰਨ ਵਾਸਤੇ ਹਾਲੀ ਵੀ ਚਾਹੀਦਾ ਹੈ, ਜਿਹੜਾ ਬਲਦਾਂ ਨੂੰ ਹੱਕਦਾ ਹੈ ਅਤੇ ਹਲ ਵਾਹੁੰਦਾ ਹੈ, ਅਤੇ ਪਾਣੀ ਵੀ ਚਾਹੀਦਾ ਹੈ। ਕਹਿਣ ਲੱਗੇ ਇਸੇ ਤਰ੍ਹਾਂ ਭਾਈ ਇਹ ਜਿਹੜੀ ਬੁੱਧੀ ਹੈ ਨਾ ਭਾਈ ਗੁਰਮੁਖੋ, ਇਹ ਹੈ ਧਰਤੀ। ਇਸ ਨੂੰ ਫਿਰ ਵੱਤਰ ਕਰਨ ਵਾਸਤੇ, ਸਵਾਰਨ ਵਾਸਤੇ ਪਰਮਾਤਮਾ ਦਾ ਨਾਮ ਜਲ ਹੈ। ਇਸੇ ਤਰ੍ਹਾਂ ਭਾਈ ਇਹ ਜੋ ਸਾਡਾ ਮਨ ਹੈ, ਇਹ ਫਿਰ ਹਾਲੀ ਬਣ ਜਾਂਦਾ ਹੈ। ਜਿਵੇਂ ਹਾਲੀ ਜ਼ਮੀਨ ਵਾਹੁੰਦਾ ਹੈ, ਫਿਰ ਮਨ ਬੁੱਧੀ ਨੂੰ ਸਾਫ਼ ਕਰ ਦਿੰਦਾ ਹੈ। ਐਸੀਆਂ ਬਖਸ਼ਿਸ਼ਾਂ ਪ੍ਰਾਪਤ ਹੁੰਦੀਆਂ, ਫਿਰ ਇਹ ਭਾਈ ਸਰੀਰ ਸਫਲਾ ਹੈ। ਸੂਤ ਬਿਨਾ ਕੈਸੇ ਮਣੀ ਪਰੋਈਐ। ਸੋ ਇਸੇ ਤਰ੍ਹਾਂ ਅਗਲਾ ਬਚਨ ਬਖਸ਼ਿਸ਼ ਕਰਦੇ, ਸੂਤ ਨਾਮ ਗੁਰਮੁਖੋ ਧਾਗੇ ਦਾ ਹੈ। ਧਾਗੇ ਤੋਂ ਬਿਨਾ ਮਣੀ ਕਹੀਏ ਮਣਕੇ ਨਹੀਂ ਪਰੋਏ ਜਾਂਦੇ। ਜੇ ਮੰਨ ਲਓ ਕਿਸੇ ਨੇ ਹਾਰ ਬਣਾਉਣਾ ਨਾ, ਹਾਰ ਬਣਾਉਣ ਵਾਸਤੇ ਧਾਗਾ ਪਹਿਲਾਂ ਚਾਹੀਦਾ ਹੈ। ਭਾਵੇਂ ਮੋਤੀਆਂ ਦਾ ਹਾਰ ਬਣਾ ਲਈਏ, ਭਾਵੇਂ ਫੁੱਲਾਂ ਦਾ ਹਾਰ ਬਣਾਈਏ। ਪਾਤਸ਼ਾਹ ਕਹਿਣ ਲੱਗੇ ਸੂਤ ਬਿਨਾ, ਧਾਗੇ ਤੋਂ ਬਿਨਾ ਨਹਿ ਮਣੀ ਪਰੋਈਏ। ਮਣੀ ਕਹੀਏ ਮਣਕੇ ਪਰੋਏ ਨਹੀਂ ਜਾਂਦੇ, ਹਾਰ ਬਣਦਾ ਨਹੀਂ ਹੈ। ਇਹ ਗੁਰਮੁਖੋ ਇੱਕ ਦੁਨੀਆ ਦੀ ਉਦਾਹਰਨ ਹੈ। ਇਹਦੇ ਵਿੱਚ ਮਹਾਰਾਜ ਫਿਰ ਬਖਸ਼ਿਸ਼ ਕਰਦੇ ਹਨ। ਸੂਤ ਬਿਨਾ ਕੈਸੇ ਮਣੀ ਪਰੋਈਐ। ਗੁਰਮੁਖੋ ਸੂਤ ਕੀ ਹੈ? ਪਰਮਾਤਮਾ ਦਾ ਨਾਮ ਹੀ ਸੂਤ ਹੈ। ਸੋ ਪਰਮਾਤਮਾ ਦੇ ਨਾਮ ਸੂਤਰ ਤੋਂ ਬਿਨਾ ਮਣੀ ਪਰੋਈਐ। ਮਣੀ ਕੀ ਹੈ? ਕਰੁਣਾ, ਮੈਤਰੀ ਇਤਿਆਦਿਕ ਇਹ ਸ਼ੁਭ ਗੁਣ ਹਨ। ਮੈਤਰੀ ਤੋਂ ਭਾਵ ਹੈ ਮਿੱਤਰਤਾਈ ਰੱਖਣੀ, ਅਤੇ ਕਰੁਣਾ ਤੋਂ ਭਾਵ ਹੈ ਕਿਰਪਾ ਕਰਨੀ। ਸੋ ਕਹਿਣ ਲੱਗੇ ਜਿੰਨਾ ਚਿਰ ਤੇਰੇ ਕੋਲ ਨਾਮ ਰੂਪੀ ਸੂਤ ਨਹੀਂ ਹੈ ਨਾ, ਨਾਮ ਨਹੀਂ ਨਾ ਜਪਦਾ, ਉਹਨਾਂ ਚਿਰ ਤੇਰੇ ਅੰਦਰ ਕਰੁਣਾ ਨਹੀਂ ਆਏਗੀ, ਕਿਰਪਾ ਨਹੀਂ ਆਏਗੀ। ਇਹ ਆਪਾਂ ਜੀਵਨ ਤੌਰ 'ਤੇ ਆਮ ਵੀ ਵੇਖ ਲਈਏ, ਜਿਹੜੇ ਨਾਮ ਜਪਦੇ ਨਾ, ਬਾਣੀ ਪੜ੍ਹਦੇ ਗੁਰਮੁਖ, ਉਹਨਾਂ ਦੇ ਹਿਰਦੇ ਵਿੱਚ ਬਹੁਤੀ ਕਿਰਪਾ ਹੁੰਦੀ ਹੈ। ਉਹ ਹਰੇਕ ਦੇ ਉੱਪਰ ਹੀ ਦਇਆ ਕਰਦੇ, ਸਾਰਿਆਂ ਨਾਲ ਹੀ ਪਿਆਰ ਕਰਦੇ, ਸਾਰਿਆਂ ਵਿੱਚ ਰੱਬ ਦੀ ਜੋਤ ਵੇਖਦੇ। ਜਿਹਦੇ ਹਿਰਦੇ ਵਿੱਚ ਨਾਮ ਨਹੀਂ ਹੈ ਨਾ, ਜਿਹਦੇ ਕੋਲ ਨਿਤਨੇਮ ਨਹੀਂ ਹੈ, ਬਾਣੀ ਨਹੀਂ ਹੈ, ਸਿਮਰਨ ਨਹੀਂ ਹੈ, ਉਹਦਾ ਹਿਰਦਾ ਬੜਾ ਕਠੋਰ ਹੁੰਦਾ ਹੈ। ਉਹ ਕਿਸੇ ਤੇ ਦਇਆ ਨਹੀਂ ਕਰਦਾ, ਉਹ ਕਿਸੇ ਤੇ ਪਰਉਪਕਾਰ ਨਹੀਂ ਕਰਦਾ। ਪਾਤਸ਼ਾਹ ਕਹਿਣ ਲੱਗੇ ਭਾਈ ਬਚਨ ਇਹ ਹੈ, ਸੂਤ ਕੀ ਹੈ? ਪਰਮਾਤਮਾ ਦਾ ਨਾਮ। ਜਿੰਨਾ ਚਿਰ ਤੇਰੇ ਕੋਲ ਨਾਮ ਨਹੀਂ ਹੈ, ਨਹਿ ਮਣੀ ਪਰੋਈ ਹੈ। ਮਣੀ ਕੀ ਹੈ? ਕਰੁਣਾ, ਮੈਤਰੀ, ਇਹ ਤੇਰੇ ਵਿੱਚ ਗੁਣ ਆਉਣਗੇ ਹੀ ਨਹੀਂ ਉਹਨਾਂ ਚਿਰ। ਨਾ ਤੂੰ ਕਿਸੇ ਤੇ ਕਿਰਪਾ ਕਰੇਂਗਾ, ਨਾ ਤੈਨੂੰ ਕਿਸੇ ਤੇ ਤਰਸ ਆਵੇਗਾ, ਨਾ ਤੂੰ ਕਿਸੇ ਨਾਲ ਮਿੱਤਰਤਾਈ ਦਾ ਭਾਵ ਰੱਖੇਂਗਾ। ਨਹੀਂ, ਇਹ ਉਹਨਾਂ ਚਿਰ ਗੁਣ ਨਹੀਂ ਆਉਣੇ ਜਿੰਨਾ ਚਿਰ ਤੇਰੇ ਕੋਲ ਨਾਮ ਰੂਪੀ ਸੂਤਰ ਨਹੀਂ ਹੈ। ਪਰ ਕਹਿਣ ਲੱਗੇ ਜਿਹੜੇ ਗੁਰਮੁਖ ਨੇ, ਉਹਨਾਂ ਦੇ ਕੋਲ ਨਾਮ ਰੂਪੀ ਸੂਤ ਹੈ, ਅਤੇ ਮਣੀ, ਕਰੁਣਾ, ਮੈਤਰੀ ਇਤਿਆਦਿਕ ਸ਼ੁਭ ਗੁਣ ਉਹਨਾਂ ਦੇ ਕੋਲ ਹਨ। ਪਰ ਇਹ ਸ਼ੁਭ ਗੁਣ ਵੀ ਨਾਮ ਦੇ ਧਾਗੇ ਨਾਲ ਹੀ ਆਉਂਦੇ ਨੇ, ਉਸ ਤਰ੍ਹਾਂ ਨਹੀਂ ਆਉਂਦੇ ਹਨ। ਫਿਰ ਇਸੇ ਪੰਕਤੀ ਨੂੰ ਬਖਸ਼ਦੇ ਹਨ। ਸੂਤ ਬਿਨਾ ਕੈਸੇ ਮਣੀ ਪਰੋਈਐ। ਗੁਰਮੁਖੋ ਸੂਤ ਕੀ ਹੈ? ਇਹ ਜੋ ਸਾਡੇ ਸਾਹ ਹਨ, ਸਾਹ ਚੱਲਦੇ ਨੇ ਤੇ ਤਾਂ ਹੀ ਹੈ ਨਾ। ਜਿੰਨਾ ਜਦੋਂ ਸਾਹ ਚੱਲਣੋਂ ਬੰਦ ਹੋ ਗਏ ਫਿਰ ਤੇ ਕੁਝ ਵੀ ਨਹੀਂ ਹੈ। ਪਾਤਸ਼ਾਹ ਕਹਿਣ ਲੱਗੇ ਸੂਤ ਇਹ ਜੋ ਤੇਰੇ ਸਾਹ ਚੱਲਦੇ ਪਏ, ਸਾਹ ਚੱਲਦੇ ਨੇ, ਮਣੀ ਪਰੋਈ ਹੈ। ਮਣੀ ਕੀ ਹੈ? ਭਗਤੀ। ਫਿਰ ਹੀ ਭਗਤੀ ਪਰੋਈ ਜਾਏਗੀ। ਜੇ ਸਾਹ ਹੀ ਨਹੀਂ, ਸਰੀਰ ਹੀ ਮੁਰਦਾ, ਫਿਰ ਭਗਤੀ ਥੋੜ੍ਹੀ ਹੋਵੇਗੀ। ਭਗਤੀ ਵੀ ਤਾਂ ਹੁੰਦੀ ਹੈ ਜੇ ਸਾਹ ਚੱਲਦੇ, ਭਾਵ ਕਿ ਜੇ ਸਰੀਰ ਜਿਉਂਦਾ ਹੈ ਤੇ ਤਾਂ ਹੀ ਆਪਾਂ ਬਾਣੀ ਪੜ੍ਹਾਂਗੇ, ਨਾਮ ਜਪਾਂਗੇ। ਜੇ ਸਰੀਰ ਹੀ ਮਰ ਗਿਆ ਫਿਰ ਕਿੰਨੇ ਭਗਤੀ ਕਰਨੀ ਹੈ ਤੇ ਕਿਵੇਂ ਨਾਮ ਜਪਿਆ ਜਾ ਸਕਦਾ ਹੈ। ਪਾਤਸ਼ਾਹ ਕਹਿਣ ਲੱਗੇ ਸੂਤ ਬਿਨਾ ਨਹਿ ਮਣੀ ਪਰੋਈ ਹੈ। ਸੂਤ ਨਾਮ ਸਾਹਾਂ ਦਾ ਹੈ। ਸਾਹਾਂ ਤੋਂ ਬਿਨਾ, ਮਣੀ ਤੋਂ ਭਾਵ ਹੈ ਗੁਰਮੁਖੋ ਇਹ ਜੋ ਭਗਤੀ ਹੈ, ਇਹ ਭਗਤੀ ਉਹਨਾਂ ਚਿਰ ਹੁੰਦੀ ਨਹੀਂ ਜਿੰਨਾ ਚਿਰ ਸਾਹ ਨਹੀਂ ਹਨ। ਸਾਹਾਂ ਦੇ ਕਰਕੇ ਭਗਤੀ ਹੁੰਦੀ ਹੈ। ਐਸੀ ਬਖਸ਼ਿਸ਼ ਮਹਾਰਾਜ ਕਰਦੇ।
ਫਿਰ ਇਸੇ ਪੰਕਤੀ ਨੂੰ ਫਰਮਾਉਂਦੇ ਹਨ। ਸੂਤ ਬਿਨਾ ਕੈਸੇ ਮਣੀ ਪਰੋਈਐ। ਗੁਰਮੁਖੋ ਸੂਤ ਕੀ ਹੈ? ਪ੍ਰੇਮ। ਜਿੰਨਾ ਚਿਰ ਪ੍ਰੇਮ ਨਹੀਂ ਹੈ ਨਾ, ਉਹਨਾਂ ਚਿਰ ਭਗਤੀ ਨਹੀਂ ਹੋ ਸਕਦੀ ਹੈ। ਮਣੀ ਨਾਮ ਭਗਤੀ ਦਾ ਹੀ ਹੈ, ਸੂਤ ਨਾਮ ਇੱਥੇ ਪ੍ਰੇਮ ਦਾ ਹੈ। ਜਿੰਨਾ ਚਿਰ ਤੁਹਾਡੇ ਮਨ ਦੇ ਵਿੱਚ ਪਰਮਾਤਮਾ ਦੇ ਪ੍ਰਤੀ ਪ੍ਰੇਮ ਨਹੀਂ ਹੈ, ਉਹਨਾਂ ਚਿਰ ਭਗਤੀ ਨਹੀਂ ਹੁੰਦੀ। ਜੇ ਕਿਸੇ ਨੇ ਫੜ ਤੜ ਕੇ ਲਾ ਵੀ ਲਿਆ ਨਾ ਵੀ ਆ ਜਾ ਜਪ ਲਈਏ, ਤੇ ਮਹਾਰਾਜ ਕਹਿਣ ਲੱਗੇ ਉਹ ਬੱਧਾ ਚੱਟੀ ਹੈ। ਕਦੇ ਵਿਅਕਤੀ ਟਾਈਮ ਵੇਖਦਾ, ਕਦੇ ਵਿਅਕਤੀ ਬਹਾਨਾ ਭਾਲਦਾ। ਛੋਟੇ ਛੋਟੇ ਬੱਚੇ ਸਕੂਲ ਵਿੱਚ ਪੜ੍ਹਦੇ ਨਾ, ਉਹਨਾਂ ਦਾ ਬੈਠਣ ਨੂੰ ਜੀਅ ਨਹੀਂ ਕਰਦਾ, ਪੜ੍ਹਨ ਨੂੰ ਜੀਅ ਨਹੀਂ ਕਰਦਾ। ਉਹ ਝਟ ਕੁ ਬਾਅਦ ਹੀ ਕਹਿਣਗੇ ਜੀ 1 ਨੰਬਰ ਜਾਣਾ, ਮੈਂ 2 ਨੰਬਰ ਜਾਣਾ ਹੈ। ਟਾਈਮ ਨਿਕਲੇ ਤੇ ਅਸੀਂ ਇੱਥੋਂ ਯਾਦ ਹੋ ਕੇ ਤੇ ਘਰ ਨੂੰ ਚੱਲੀਏ। ਮਹਾਰਾਜ ਕਹਿਣ ਲੱਗੇ ਬਿਲਕੁਲ ਇਸੇ ਤਰ੍ਹਾਂ ਹਾਲਤ ਸਾਡੀ ਹੈ। ਜਿੰਨਾ ਚਿਰ ਸਾਡਾ ਆਪਣਾ ਮਨ ਨਹੀਂ ਨਾ ਮੰਨਦਾ, ਪ੍ਰੇਮ ਨਹੀਂ ਨਾ, ਉਹਨਾਂ ਚਿਰ ਅਸੀਂ ਕੋਈ ਨਾ ਕੋਈ ਬਹਾਨਾ ਜ਼ਰੂਰ ਲਾਵਾਂਗੇ। ਮੇਰੇ ਲੱਤ ਪੀੜ ਹੈ, ਮੇਰਾ ਲੱਕ ਪੀੜ ਹੈ, ਮੈਨੂੰ ਫਲਾਣਾ ਕੰਮ ਯਾਦ ਆ ਗਿਆ, ਮੈਂ ਇੱਧਰ ਜਾਣਾ ਉੱਧਰ ਜਾਣਾ। ਜੇ ਕਿਸੇ ਨੇ ਬਦੋ ਬਦੀ ਖਿੱਚ ਕੇ ਬਿਠਾ ਵੀ ਲਿਆ ਤੇ ਫਿਰ ਵੀ ਅਸੀਂ ਉਹ ਬੈਠੇ ਤੇ ਹਾਂ, ਪਰ ਸਾਡਾ ਮਨ ਇੱਥੇ ਕੋਈ ਨਹੀਂ, ਦੌੜਦਾ ਪਿਆ ਵੀ ਕਦੋਂ ਜਾਨ ਛੁੱਟੇ ਤੇ ਕਦੋਂ ਦੌੜੀਏ। ਉਹ ਬੱਚਿਆਂ ਵਾਲੀ ਹਾਲਤ ਹੋ ਜਾਂਦੀ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਸੂਤ ਬਿਨਾ, ਸੂਤ ਕਹੀਏ ਪ੍ਰੇਮ, ਪ੍ਰੇਮ ਤੋਂ ਬਿਨਾਂ ਵੀ ਭਗਤੀ ਨਹੀਂ ਹੁੰਦੀ ਹੈ। ਜੇ ਕੋਈ ਕਰਦਾ ਵੀ ਪਿਆ ਤੇ ਉਹ ਬੱਧਾ ਚੱਟੀ ਹੈ, ਬੱਧਾ ਚੱਟੀ ਦਾ ਕੋਈ ਲਾਭ ਨਹੀਂ ਹੁੰਦਾ ਹੈ। ਪਾਤਸ਼ਾਹ ਕਹਿਣ ਲੱਗੇ ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ। ਨਾਮ ਜਪਣ ਤੋਂ ਪਹਿਲਾਂ ਪ੍ਰੇਮ ਹੈ। ਤੂੰ ਨਾਮ ਜਪਦਾ, ਤੇਰੇ ਅੰਦਰ ਆਪਣੇ ਭਾਵਨਾ ਹੋਵੇ, ਅੰਦਰੋਂ ਪ੍ਰੇਮ ਤੇਰੇ ਹੋਵੇਗਾ, ਜਪੇਗਾ ਵੀ ਤੂੰ ਤਾਂ। ਜੇ ਤੂੰ ਜਪੇਗਾ ਤੇ ਤਾਂ ਹੀ ਉਸ ਭਗਤੀ ਦਾ ਲਾਭ ਹੋਣਾ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਬਚਨ ਇਹ ਹੈ, ਪ੍ਰੇਮ ਤੋਂ ਬਿਨਾਂ ਭਗਤੀ ਨਹੀਂ ਹੈ। ਭਗਤੀ ਵਾਸਤੇ ਵੀ ਪ੍ਰੇਮ ਜ਼ਰੂਰੀ ਹੈ। ਜਿਵੇਂ ਸੂਤ ਬਿਨਾਂ ਮਣਕਾ ਨਹੀਂ ਪਰੋਇਆ ਜਾ ਸਕਦਾ, ਪ੍ਰੇਮ ਤੋਂ ਬਿਨਾਂ ਭਗਤੀ ਵੀ ਨਹੀਂ ਕੀਤੀ ਜਾ ਸਕਦੀ ਹੈ। ਜਿਵੇਂ ਸੂਤ ਬਿਨਾਂ ਮਣਕੇ ਨਹੀਂ ਪਰੋਏ ਜਾਂਦੇ, ਸਾਵਾਂ ਤੋਂ ਬਿਨਾਂ ਭਗਤੀ ਨਹੀਂ ਹੋ ਸਕਦੀ ਹੈ। ਇਸੇ ਤਰ੍ਹਾਂ ਮਹਾਰਾਜ ਕਹਿਣ ਲੱਗੇ ਜਿਵੇਂ ਸੂਤ ਬਿਨਾਂ ਮਣਕਾ ਨਹੀਂ ਪਰੋਇਆ ਜਾ ਸਕਦਾ, ਨਾਮ ਤੋਂ ਬਿਨਾਂ ਗੁਰਮੁਖੋ ਇਹ ਜਿਹੜੇ ਸ਼ੁਭ ਗੁਣ ਨੇ ਉਹ ਵੀ ਪ੍ਰਾਪਤ ਨਹੀਂ ਹੁੰਦੇ। ਨਾਮ ਇੱਕ ਇਹੋ ਜਿਹੀ ਵੱਡੀ ਦਾਤ ਹੈ, ਇਹਦੇ ਨਾਲ ਸ਼ੁਭ ਗੁਣ ਆਪੇ ਹੀ ਭੱਜੇ ਆਉਂਦੇ। ਸ੍ਰੇਸ਼ਟ ਗੁਣ, ਸਦਚਾਰ ਵਾਲੇ ਗੁਣ ਆਪੇ ਹੀ ਦੌੜੇ ਆਉਂਦੇ, ਭੱਜੇ ਆਉਂਦੇ, ਕਿਉਂਕਿ ਸਾਰੇ ਨਾਮ ਦੇ ਨਾਲ ਹੀ ਨੇ। ਇਸ ਕਰਕੇ ਨਾਮ ਤੋਂ ਬਿਨਾਂ ਭਾਈ ਇਹ ਮਨੁੱਖਾ ਜਨਮ ਵਿਅਰਥ ਹੈ। ਕੁੰਡੀ ਬਿਨ ਕਿਆ ਗੰਠ ਚੜਾਈਐ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਕੁੰਡੀ ਤੋਂ ਭਾਵ ਹੁੰਦਾ ਮਰੋੜੀ। ਆਪਾਂ ਗੰਢ ਦੇਣੀ ਹੋਵੇ ਤੇ ਗੰਢ ਦੇਣ ਵਾਸਤੇ ਮਰੋੜੀ ਦਿੰਦੇ ਆ, ਫਿਰ ਜਾ ਕੇ ਗੰਢ ਆਉਂਦੀ ਹੈ। ਜੇ ਕੋਈ ਬੰਦਾ ਆਖੇ ਵੀ ਮੈਂ ਰੱਸੀ ਨੂੰ ਵਲ ਵੀ ਨਹੀਂ ਦੇਣਾ ਅਤੇ ਇਹਦੀ ਗੰਢ ਵੀ ਪੈ ਜਾਵੇ, ਨਹੀਂ, ਇਸ ਤਰ੍ਹਾਂ ਨਹੀਂ ਹੋ ਸਕਦਾ ਹੈ। ਜੇ ਰੱਸੀ ਨੂੰ ਗੰਢ ਪਾਉਣੀ ਹੈ ਉਹਦੇ ਵਾਸਤੇ ਮਰੋੜੀ ਦੇਣੀ ਪਵੇਗੀ, ਉਸ ਨੂੰ ਵਲ ਪਾਉਣਾ ਪਵੇਗਾ, ਫਿਰ ਜਾ ਕੇ ਗੰਢ ਪੈਂਦੀ ਹੈ। ਇਹ ਇੱਕ ਉਦਾਹਰਨ ਹੈ। ਕਹਿਣ ਲੱਗੇ ਜੈਸੇ ਕੁੰਡੀ ਬਿਨ ਕਿਆ ਗੰਠ ਚੜਾਈਐ। ਜਿਸ ਤਰ੍ਹਾਂ ਮਰੋੜੀ ਦਿੱਤੇ ਬਿਨਾਂ ਗੰਢ ਨਹੀਂ ਚਾੜੀ ਜਾ ਸਕਦੀ ਹੈ, ਇਹ ਅਸੀਂ ਆਮ ਹੀ ਰੋਜ਼ ਹੀ ਦੁਨੀਆਦਾਰੀ ਵਿੱਚ ਇਸ ਤਰ੍ਹਾਂ ਦੇ ਨਿੱਕੇ ਮੋਟੇ ਕੰਮ ਕਰਦੇ ਹਾਂ। ਰੱਸੀ ਨੂੰ ਖੋਲ੍ਹ ਲੈਣਾ, ਬੰਨ੍ਹ ਲੈਣਾ, ਗੰਢ ਦੇ ਦੇਣੀ। ਪਰ ਇਹਦੇ ਵਿੱਚੋਂ ਸਾਨੂੰ ਉਪਦੇਸ਼ ਦਿੰਦੇ, ਸਮਝਾਉਣ ਵਾਸਤੇ ਫਰਮਾਉਂਦੇ ਹਨ ਸਾਧੂ ਬਿਨ ਤੈਸੇ ਅਬਗਤ ਜਾਈਐ। ਮਹਾਰਾਜ ਉਸੇ ਪੰਕਤੀ ਨੂੰ ਫਰਮਾਉਂਦੇ ਕੁੰਡੀ ਬਿਨ ਕਿਆ ਗੰਠ ਚੜਾਈਐ। ਕੁੰਡੀ ਕੀ ਹੈ? ਗੁਰਮੁਖੋ ਜੁਗਤੀ। ਜਿੰਨਾ ਚਿਰ ਤੁਹਾਡੇ ਕੋਲ ਜੁਗਤੀ ਨਹੀਂ ਹੈ ਨਾ, ਉਹਨਾਂ ਚਿਰ ਜਿੰਨੀਆਂ ਮਰਜ਼ੀ ਟੱਕਰਾਂ ਮਾਰੀ ਜਾਓ, ਕੁਝ ਨਹੀਂ ਪ੍ਰਾਪਤ ਹੋਵੇਗਾ। ਨਿਰਾ ਕੱਲਾ ਜ਼ੋਰ ਲਾਉਣ ਦੇ ਨਾਲ ਨਹੀਂ ਰੱਬ ਮਿਲ ਜਾਂਦਾ। ਜ਼ੋਰ ਲਾਉਣ ਨਾਲ ਮਿਲੇ ਤੇ ਭਲਵਾਨਾਂ ਵਿੱਚ ਕਿੰਨਾ ਜ਼ੋਰ ਹੈ, ਹਾਥੀ ਵਿੱਚ ਕਿੰਨਾ ਜ਼ੋਰ ਹੈ। ਜ਼ੋਰ ਦੇ ਤਾਕਤ ਨਾਲ ਨਹੀਂ ਪਰਮਾਤਮਾ ਮਿਲਦਾ ਹੈ। ਪਰਮਾਤਮਾ ਨੂੰ ਵੀ ਪਾਉਣ ਦੀ ਜੁਗਤੀ ਹੈ ਗੁਰਮੁਖਾਂ ਦੇ ਕੋਲ। ਗੁਰਮੁਖ ਜੁਗਤੀ ਨਾਲ ਫਿਰ ਮੁਕਤੀ ਪ੍ਰਾਪਤ ਕਰ ਲੈਂਦੇ। ਸੋ ਕਿੰਨੀਆਂ ਉਦਾਹਰਨਾਂ ਨੇ ਸਾਡੇ ਇਤਿਹਾਸ ਵਿੱਚ, ਜਿਨ੍ਹਾਂ ਨੇ ਜੁਗਤੀ ਅਪਣਾਈ ਹੈ ਉਹਨਾਂ ਨੇ ਪਦਾਰਥ ਵੀ ਲੈ ਲਿਆ ਹੈ। ਮਾਤਾ ਸੁਲੱਖਣੀ ਜੀ ਆ ਗਿਆ ਮਹਾਰਾਜ ਦੇ ਕੋਲ, ਸਤਿਗੁਰਾਂ ਨੂੰ ਪੁੱਛਿਆ, ਬੇਨਤੀ ਕੀਤੀ ਮਹਾਰਾਜ ਪੁੱਤਰ ਦੇ ਦਿਓ। ਸਤਿਗੁਰੂ ਕਹਿਣ ਲੱਗੇ ਵੀ ਹੈ ਹੀ ਨਹੀਂ, ਦਈਏ ਕਿਵੇਂ, ਕਰਮਾਂ 'ਚ ਲਿਖਿਆ ਨਹੀਂ। ਤੇ ਬੀਬੀ ਮਾਤਾ ਜਿਹੜੀ ਹੈ ਬੜੀ ਛੇਤੀ ਜੁਗਤੀ ਵਰਤ ਲਈ। ਉਸਨੇ ਜੁਗਤੀ ਇਹ ਵਰਤੀ, ਕਹਿਣ ਲੱਗੀ ਵੀ ਮਹਾਰਾਜ ਉੱਥੇ ਵੀ ਤੁਸੀਂ ਲਿਖਣਾ ਤੇ ਇੱਥੇ ਵੀ ਤੁਸੀਂ ਲਿਖਣਾ। ਜਦੋਂ ਜੁਗਤੀ ਵਰਤੀ ਸਤਿਗੁਰੂ ਖੁਸ਼ ਹੋ ਗਏ ਵੀ ਇਹਨੇ ਬੜੀ ਜੁਗਤ ਲੜਾਈ ਹੈ। ਕਹਿਣ ਲੱਗੇ ਚੱਲ ਜੇ ਇਹ ਤੇਰੀ ਇੰਨੀ ਤਮੰਨਾ ਹੈ, ਤੇਰੀ ਭਾਵਨਾ ਐਸੀ ਹੈ ਵੀ ਸਾਨੂੰ ਤੂੰ ਇਸੇ ਤਰ੍ਹਾਂ ਪਰਮੇਸ਼ਰ ਦਾ ਰੂਪ ਹੀ ਜਾਣਿਆ ਹੈ, ਚੱਲ ਫਿਰ ਅਸੀਂ ਦੇ ਦਿੰਦੇ ਹਾਂ, ਕਿਰਪਾ ਕਰ ਦਿੱਤੇ। ਸਤਿਗੁਰੂ ਕਹਿਣ ਲੱਗੇ ਬਚਨ ਇਹ ਹੈ ਗੁਰਮੁਖੋ ਕਿ ਮਹਾਰਾਜ ਫਰਮਾਉਂਦੇ ਪਏ ਕੁੰਡੀ ਬਿਨ ਕਿਆ ਗੰਠ ਚੜਾਈਐ। ਕੁੰਡੀ ਕੀ ਹੈ? ਜੁਗਤੀ। ਜੁਗਤੀ ਬਿਨਾ
ਗੰਠ ਕਹੀਏ ਪ੍ਰੇਮ, ਪ੍ਰੇਮ ਰੂਪੀ ਗੰਢ ਨਹੀਂ ਦਿੱਤੀ ਜਾ ਸਕਦੀ ਹੈ। ਜੇ ਪ੍ਰੇਮ ਪੈਦਾ ਕਰਨਾ ਤਾਂ ਉਹਦੇ ਵਾਸਤੇ ਵੀ ਜੁਗਤੀ ਚਾਹੀਦੀ ਹੈ। ਜੁਗਤੀ ਕੀ ਲੱਭੀ ਹੈ ਮਹਾਂਪੁਰਖਾਂ ਨੇ ਕਿ ਗੁਰੂ ਘਰ ਵਿੱਚ ਆਉਣਾ, ਸੰਗਤ ਵਿੱਚ ਬੈਠਣਾ, ਇਹ ਇੱਕ ਜੁਗਤੀ ਹੈ। ਇੱਥੋਂ ਫਿਰ ਪ੍ਰੇਮ ਪੈਦਾ ਹੁੰਦਾ। ਜਦੋਂ ਆਪਾਂ ਕਥਾ ਸੁਣਦੇ ਹਾਂ, ਕੀਰਤਨ ਸੁਣਦੇ ਹਾਂ, ਗੁਰਮੁਖਾਂ ਦਾ ਜੀਵਨ ਸੁਣਦੇ ਹਾਂ ਵੀ ਫਲਾਣੇ ਮਹਾਤਮਾ ਜਿਹੜੇ ਇਸ ਤਰ੍ਹਾਂ ਬੰਦਗੀ ਕਰਦੇ ਸਨ, ਫਲਾਣੇ ਸਾਧੂ ਨੇ ਇਸ ਤਰ੍ਹਾਂ ਜਪ ਤਪ ਕੀਤਾ ਹੈ, ਫਲਾਣੇ ਸੂਰਮੇ ਨੇ ਇਸ ਤਰ੍ਹਾਂ ਕੁਰਬਾਨੀ ਕੀਤੀ ਹੈ। ਜਦੋਂ ਸੰਗਤ ਵਿੱਚ ਬੈਠਦੇ ਫਿਰ ਇੱਥੋਂ ਜੁਗਤੀਆਂ ਲੱਭਦੀਆਂ, ਸਾਨੂੰ ਤਰੀਕੇ ਲੱਭ ਜਾਂਦੇ। ਉਹਨਾਂ ਜੁਗਤੀਆਂ ਨੂੰ ਅਪਣਾ ਕੇ ਤੇ ਫਿਰ ਪ੍ਰੇਮ ਜਿਹੜਾ ਪੈਦਾ ਹੋ ਜਾਂਦਾ, ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਘੁੰਡੀ ਬਿਨ ਕਿਆ ਗੰਠ ਚੜਾਈ ਹੈ। ਘੁੰਡੀ ਤੋਂ ਭਾਵ ਗੁਰਮੁਖੋ ਲੈ ਲੈਣਾ ਹੈ ਜੁਗਤੀ। ਜੁਗਤੀ ਤੋਂ ਬਿਨਾਂ ਪ੍ਰੇਮ ਰੂਪੀ ਗੰਢ ਵੀ ਪੈਂਦੀ ਨਹੀਂ ਹੈ। ਸਾਧੂ ਬਿਨ ਤੈਸੇ ਅਵਗਤ ਜਾਈਏ। ਇਸੇ ਤਰ੍ਹਾਂ ਗੁਰਮੁਖੋ ਸਾਧੂ ਜਿਹੜਾ ਹੈ, ਗੁਰਮੁਖ ਸੰਤ ਜਿਹੜਾ ਹੈ, ਉਹਦੇ ਬਿਨਾਂ ਅਵਗਤ ਜਾਈਏ, ਬੰਦਾ ਬੇਗਤਾ ਹੀ ਜਾਂਦਾ। ਜੇ ਸਾਧ ਸੰਗਤ ਨਾ ਪ੍ਰਾਪਤ ਹੋਏ ਉਹਨਾਂ ਚਿਰ ਵਿਅਕਤੀ ਜਿਹੜਾ ਹੈ ਬੇਗਤਾ ਹੈ, ਸੋ ਉਹਦੀ ਮੁਕਤੀ ਨਹੀਂ ਹੁੰਦੀ ਹੈ। ਪਾਤਸ਼ਾਹ ਕਹਿਣ ਲੱਗੇ ਮੁਕਤ ਉਹ ਹੁੰਦਾ ਹੈ ਜਿਹੜਾ ਸਾਧੂਆਂ ਦੀ, ਗੁਰਮੁਖਾਂ ਦੀ, ਗੁਰੂਆਂ ਦੀ ਸੰਗਤ ਵਿੱਚ ਆਉਂਦਾ ਹੈ। ਸੋ ਗੁਰੂ ਦੀ ਸੰਗਤ ਤੋਂ ਬਿਨਾਂ ਤੇ ਵਿਅਕਤੀ ਅਵਗਤ ਜਾਂਦਾ ਹੈ। ਜੈਸੇ ਮਾਤ ਪਿਤਾ ਬਿਨ ਬਾਲ ਨਾ ਹੋਈ। ਸਤਿਗੁਰੂ ਉਦਾਹਰਨ ਦਿੰਦੇ ਸੰਸਾਰ ਦੀ, ਕਹਿਣ ਲੱਗੇ ਭਾਈ ਜਿੰਨਾ ਚਿਰ ਮਾਤਾ ਪਿਤਾ ਇਕੱਠੇ ਨਹੀਂ ਹੁੰਦੇ ਉਹਨਾਂ ਚਿਰ ਅੱਗੇ ਸੰਤਾਨ ਨਹੀਂ ਪ੍ਰਾਪਤ ਹੁੰਦੀ ਹੈ। ਸੰਤਾਨ ਪੈਦਾ ਕਰਨ ਵਾਸਤੇ ਪਹਿਲਾਂ ਮਾਤਾ ਪਿਤਾ ਨੂੰ ਸੋ ਆਨੰਦ ਕਾਰਜ ਕਰਨਾ ਪੈਂਦਾ। ਲੜਕੀ ਲੜਕੇ ਦਾ ਆਨੰਦ ਕਾਰਜ ਕਰੀਦਾ, ਫਿਰ ਸੰਤਾਨ ਪੈਦਾ ਹੁੰਦੀ ਹੈ। ਇਹ ਇੱਕ ਉਦਾਹਰਨ ਹੈ। ਪਰ ਜਿੰਨਾ ਚਿਰ ਆਨੰਦ ਕਾਰਜ ਵਿਆਹ ਨਾ ਹੋਵੇ ਉਹਨਾਂ ਚਿਰ ਸੰਤਾਨ ਕਿਸ ਤਰ੍ਹਾਂ ਪੈਦਾ ਹੋ ਸਕਦੀ ਹੈ। ਇਹ ਇੱਕ ਉਦਾਹਰਨ ਹੈ। ਮਹਾਰਾਜ ਫਿਰ ਬਖਸ਼ਦੇ ਹਨ। ਜੈਸੇ ਮਾਤ ਪਿਤਾ ਬਿਨ ਬਾਲ ਨਾ ਹੋਈ। ਸੋ ਗੁਰਮੁਖੋ ਮਾਤਾ ਕੀ ਹੈ? ਮਾਤਾ ਹੈ ਖਿਮਾ। ਅਤੇ ਇਸੇ ਤਰ੍ਹਾਂ ਪਿਤਾ ਕੌਣ ਹੈ? ਪਿਤਾ ਹੈ ਸੰਤੋਖ। ਜਿੰਨਾ ਚਿਰ ਵਿਅਕਤੀ ਦੇ ਕੋਲ ਖਿਮਾ ਨਹੀਂ ਹੈ, ਜਿੰਨਾ ਚਿਰ ਵਿਅਕਤੀ ਦੇ ਕੋਲ ਸੰਤੋਖ ਨਹੀਂ ਹੈ, ਉਹਨਾਂ ਚਿਰ ਗਿਆਨ ਰੂਪੀ ਪੁੱਤਰ ਪੈਦਾ ਨਹੀਂ ਹੁੰਦਾ ਹੈ। ਜੇ ਕੋਈ ਵਿਅਕਤੀ ਆਖੇ ਨਾ ਮੈਨੂੰ ਗਿਆਨ ਹੋ ਜਾਵੇ, ਇਹ ਰੁੱਖਾ ਤੇ ਖੁਸ਼ਕ ਗਿਆਨ ਤੇ ਹੋ ਜਾਵੇਗਾ ਕਿਤਾਬਾਂ ਪੜ੍ਹ ਕੇ। ਕਿਤਾਬਾਂ ਦੇ ਗਿਆਨ ਦੀ ਗੱਲ ਨਹੀਂ ਹੈ। ਕਿਤਾਬਾਂ ਦਾ ਗਿਆਨ ਇਹ ਖੁਸ਼ਕ ਗਿਆਨ ਹੈ, ਪਰਮਾਤਮਾ ਦੀ ਪ੍ਰਾਪਤੀ ਬਿਲਕੁਲ ਨਹੀਂ ਕਰਾਉਂਦਾ ਹੈ। ਮਤਾਂ ਕੋ ਇਹ ਗੱਲ ਸੋਚ ਲਵੇ ਕਿ ਮੈਂ ਵੇਦ ਸ਼ਾਸਤਰ ਪੜ੍ਹ ਲਵਾਂਗਾ, ਸਿਮਰਤੀਆਂ ਪੜ੍ਹ ਲਵਾਂਗਾ, ਧਾਰਮਿਕ ਗ੍ਰੰਥ ਪੜ੍ਹ ਲਵਾਂਗਾ ਅਤੇ ਮੈਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਜਾਵੇਗੀ। ਨਹੀਂ, ਗ੍ਰੰਥ ਪੜ੍ਹ ਕੇ ਨਹੀਂ ਉਹਦੀ ਪ੍ਰਾਪਤੀ ਹੁੰਦੀ ਹੈ। ਦੁਨੀਆ ਵਿੱਚ ਬੜੇ ਬੜੇ ਗ੍ਰੰਥਕਾਰ ਹੋਏ ਨੇ। ਰਾਵਣ ਤੋਂ ਵੱਡਾ ਕਿਹੜਾ ਗ੍ਰੰਥਕਾਰ ਹੋ ਸਕਦਾ ਜਿਹਨੇ ਗ੍ਰੰਥ ਪੜ੍ਹ ਕੇ ਤੇ ਜ਼ੁਬਾਨੀ ਯਾਦ ਕਰ ਲਿਆ? ਬੜਾ ਵੱਡਾ ਵਿਦਵਾਨ ਹੈ, ਪ੍ਰਾਪਤੀ ਤੇ ਨਹੀਂ ਨਾ ਕਰ ਸਕਿਆ। ਇਸ ਤਰ੍ਹਾਂ ਗੁਰਮੁਖੋ ਹੋਰ ਵੀ ਬੜੇ ਬੜੇ ਦੁਨੀਆ ਵਿੱਚ ਐਸੇ ਮੁਨੀਸ਼ਵਰ ਹੋਏ, ਤਪੀਸ਼ਵਰ ਹੋਏ ਜਿਨ੍ਹਾਂ ਨੇ ਗ੍ਰੰਥ ਯਾਦ ਕਰ ਛੱਡੇ, ਪਰ ਇੰਨਾ ਕੁਝ ਕਰਨ ਦੇ ਬਾਵਜੂਦ ਵੀ ਪ੍ਰਾਪਤੀ ਕੁਝ ਨਹੀਂ ਹੋਈ ਹੈ। ਇਹ ਸਾਡੇ ਮਨ ਦਾ ਭਰਮ ਹੈ ਵੀ ਮੈਂ ਗ੍ਰੰਥ ਪੜ੍ਹਾਂਗਾ ਅਤੇ ਮੈਂ ਰੱਬ ਨੂੰ ਮਿਲ ਲਵਾਂਗਾ। ਨਹੀਂ, ਗ੍ਰੰਥ ਪੜ੍ਹ ਕੇ ਗਿਆਨ ਤਾਂ ਹੁੰਦਾ, ਪਰ ਇਹ ਖੁਸ਼ਕ ਗਿਆਨ ਹੈ। ਮਨ ਦੇ ਵਿੱਚ ਕਈ ਤਰ੍ਹਾਂ ਦੀਆਂ ਫਿਰ ਚਲਾਕੀਆਂ ਆ ਜਾਂਦੀਆਂ, ਕਈ ਤਰ੍ਹਾਂ ਦੇ ਫਿਰ ਮਨ ਦੇ ਵਿੱਚ ਸ਼ੰਕੇ ਪੈਦਾ ਹੋ ਜਾਂਦੇ। ਫਿਰ ਬੰਦਾ ਆਪਣੇ ਆਪ ਨੂੰ ਬੜਾ ਬੋਧ ਗਿਆਨੀ ਸਮਝਦਾ ਵੀ ਮੇਰੇ ਵਰਗਾ ਗਿਆਨ ਕਿਸੇ ਕੋਲ ਨਹੀਂ ਹੈ, ਅਤੇ ਫਿਰ ਕਈ ਸ਼ੰਕੇ ਆਪ ਵੀ ਪੈਦਾ ਕਰ ਦਿੰਦਾ। ਪਾਤਸ਼ਾਹ ਕਹਿਣ ਲੱਗੇ ਭਾਈ ਜਿੰਨਾ ਚਿਰ ਤੇਰੇ ਕੋਲ ਖਿਮਾ ਦਾ ਗੁਣ ਨਹੀਂ ਹੈ, ਜਿੰਨਾ ਚਿਰ ਤੇਰੇ ਕੋਲ ਸੰਤੋਖ ਦਾ ਗੁਣ ਨਹੀਂ ਹੈ, ਉਹਨਾਂ ਚਿਰ ਤੈਨੂੰ ਬ੍ਰਹਮ ਗਿਆਨ ਰੂਪੀ ਪੁੱਤਰ ਨਹੀਂ ਮਿਲੇਗਾ। ਬ੍ਰਹਮ ਗਿਆਨ ਦਾ ਰੂਪੀ ਪੁੱਤਰ ਤਾਂ ਮਿਲੇਗਾ ਪਹਿਲਾਂ ਤੇਰੇ ਕੋਲ ਖਿਮਾ ਤੇ ਸੰਤੋਖ ਦੇ ਮਾਤਾ ਪਿਤਾ ਦੋਨੇ ਹੋਣੇ ਚਾਹੀਦੇ। ਪਾਤਸ਼ਾਹ ਕਹਿਣ ਲੱਗੇ ਭੈ ਕਾਹੂ ਕੋ ਦੇਤ ਨਹਿ ਨਹਿ ਪਹਿਮਾਨ ਧਿਆਨ, ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ। ਗਿਆਨੀ ਗਿਆਨਵਾਨ ਉਹ ਹੈ ਜਿਹੜਾ ਡਰ ਦਿੰਦਾ ਨਹੀਂ, ਉਹ ਡਰ ਲੈਂਦਾ ਨਹੀਂ, ਉਹਨੂੰ ਗਿਆਨੀ ਕਿਹਾ ਹੈ। ਇੱਥੇ ਪਾਤਸ਼ਾਹ ਕਹਿਣ ਲੱਗੇ ਭਾਈ ਇਹ ਖਿਮਾ ਜੋ ਹੈ ਮਾਤਾ ਹੈ ਅਤੇ ਸੰਤੋਖ ਜੋ ਹੈ ਉਹ ਪਿਤਾ ਹੈ। ਫਿਰ ਇਹਨਾਂ ਦੋਵਾਂ ਦੇ ਮਿਲਾਪ ਤੋਂ ਅੱਗੇ ਬ੍ਰਹਮ ਗਿਆਨ ਰੂਪੀ ਪੁੱਤਰ ਪੈਦਾ ਹੁੰਦਾ ਹੈ। ਪਰ ਜੇ ਦੋਨੇ ਹੀ ਨਾ ਹੋਣ, ਨਾ ਖਿਮਾ ਨਾ ਸੰਤੋਖ ਹੈ, ਤੇ ਫਿਰ ਗਿਆਨ ਰੂਪੀ ਪੁੱਤਰ ਦੀ, ਬ੍ਰਹਮ ਗਿਆਨ ਰੂਪੀ ਪੁੱਤਰ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਬਿੰਬ ਬਿਨਾ ਕੈਸੇ ਕੱਪੜੇ ਧੋਈ। ਗੁਰਮੁਖੋ ਬਿੰਬ ਨਾਮ ਪਾਣੀ ਦਾ ਹੈ। ਜੇ ਤੁਸੀਂ ਕੱਪੜੇ ਧੋਣੇ ਨੇ ਨਾ, ਭਾਵੇਂ ਤੁਹਾਡੇ ਕੋਲ ਮਸ਼ੀਨ ਹੈ ਕੱਪੜੇ ਧੋਣ ਵਾਲੀ, ਤੁਹਾਡੇ ਕੋਲ ਸਾਬਣ ਵੀ ਪਿਆ ਹੋਇਆ, ਤੁਹਾਡੇ ਕੋਲ ਕੱਪੜੇ ਵੀ ਪਏ ਹੋਏ, ਔਰ ਤੁਸੀਂ ਵੀ ਮੌਜੂਦ ਹੋ ਕੱਪੜੇ ਧੋਣ ਵਾਸਤੇ, ਪਰ ਸਭ ਤੋਂ ਪਹਿਲਾਂ ਜ਼ਰੂਰੀ ਕੀ ਹੈ? ਪਾਣੀ ਜ਼ਰੂਰੀ ਹੈ।
ਪਾਣੀ ਵਿੱਚ ਕੱਪੜਾ ਭਿੱਜੇਗਾ, ਫਿਰ ਆਪਾਂ ਸਰਫ ਵਗੈਰਾ ਪਾਵਾਂਗੇ, ਫਿਰ ਮਸ਼ੀਨ ਚਲਾਵਾਂਗੇ ਜਾਂ ਹੱਥ ਦੇ ਨਾਲ ਮਿਹਨਤ ਕਰਾਂਗੇ, ਕੱਪੜੇ ਤਾਂ ਧੋਤੇ ਜਾਂਦੇ। ਪਾਣੀ ਬਿਨਾ ਕੱਪੜਾ, ਸੁੱਕਾ ਕੱਪੜਾ ਕਿਵੇਂ ਧੋਈਏ? ਨਹੀਂ ਧੋਤਾ ਜਾ ਸਕਦਾ। ਕਹਿਣ ਲੱਗੇ ਬਿੰਬ ਬਿਨਾ ਕੈਸੇ ਕੱਪੜੇ ਧੋਈ, ਪਾਣੀ ਤੋਂ ਬਿਨਾ ਕੱਪੜੇ ਨਹੀਂ ਧੋਤੇ ਜਾ ਸਕਦੇ। ਇਹ ਦੁਨੀਆ ਦੀਆਂ ਉਦਾਹਰਨਾਂ ਨੇ। ਹੁਣ ਸਾਡੇ ਵਿੱਚੋਂ ਕੁਝ ਲੋਕ ਉੱਠ ਕੇ ਆਖਣਗੇ ਲੈ ਮੈਂ ਤੇ ਧੋ ਕੇ ਵਿਖਾ ਦਿੰਦਾ, ਕਿਉਂ ਨਹੀਂ ਧੋਤੇ ਜਾਂਦੇ? ਮੈਂ ਤੇ ਮੈਲੇ ਹੀ ਨਹੀਂ ਹੋਣ ਦਿਆਂਗਾ, ਮੈਂ ਤੇ ਇਹ ਕਰ ਦਿਆਂਗਾ, ਬੜੇ ਬੜੇ ਅੱਜ ਕੱਲ੍ਹ ਕੈਮੀਕਲ ਆ ਗਏ ਨੇ, ਮੈਂ ਇਸ ਤਰ੍ਹਾਂ ਕਰ ਦਿਆਂਗਾ। ਇਹ ਸ਼ੈਤਾਨੀ ਦਿਮਾਗ ਦੀਆਂ ਐਵੇਂ ਹੁਜਤਾਂ ਹੀ ਕਰਨੀਆਂ ਨੇ। ਉਦਾਹਰਨਾਂ ਨੇ ਮਹਾਰਾਜ ਸਮਝਾਉਣ ਵਾਸਤੇ ਦਿੰਦੇ ਪਏ। ਕਹਿਣ ਲੱਗੇ ਭਾਈ ਜਿਵੇਂ ਪਾਣੀ ਬਿਨਾ ਕੱਪੜੇ ਨਹੀਂ ਧੋਤੇ ਜਾਂਦੇ, ਇਸੇ ਤਰ੍ਹਾਂ ਫਿਰ ਫਰਮਾਉਂਦੇ ਹਨ ਬਿੰਬ ਬਿਨਾ ਕੈਸੇ ਕੱਪੜੇ ਧੋਈ। ਗੁਰਮੁਖੋ ਬਿੰਬ ਕੀ ਹੈ? ਪ੍ਰੇਮ। ਪ੍ਰੇਮ ਤੋਂ ਬਿਨਾ ਕੱਪੜਾ ਕੀ ਹੈ? ਤੇਰਾ ਅੰਤਹਿਕਰਨ, ਤੇਰਾ ਹਿਰਦਾ ਵੀ ਇੱਕ ਕੱਪੜਾ ਹੈ। ਜੇ ਆਪਣੇ ਹਿਰਦੇ ਰੂਪੀ ਕੱਪੜੇ ਨੂੰ ਧੋਣਾ ਹੈ, ਤੇਰੇ ਕੋਲ ਪ੍ਰੇਮ ਰੂਪੀ ਜਲ ਹੋਣਾ ਚਾਹੀਦਾ ਹੈ। ਅਤੇ ਇਸੇ ਤਰ੍ਹਾਂ ਨਾਮ ਰੂਪੀ ਤੇਰੇ ਕੋਲ ਸਾਬਣ ਹੋਣਾ ਚਾਹੀਦਾ ਹੈ। ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਐ ਉਹ ਧੋਏ। ਸਾਬਣ ਕੀ ਹੈ? ਪਰਮਾਤਮਾ ਦਾ ਨਾਮ। ਤੇ ਕੱਪੜਾ ਕੀ ਹੈ? ਇਹ ਜੋ ਸਾਡਾ ਹਿਰਦਾ ਮੈਲਾ ਹੋ ਚੁੱਕਿਆ ਹੈ। ਤੇ ਪਾਤਸ਼ਾਹ ਕਹਿਣ ਲੱਗੇ ਇਸੇ ਤਰ੍ਹਾਂ ਪ੍ਰੇਮ ਕੀ ਹੈ? ਇਹ ਜਲ ਹੈ। ਇਹਨਾਂ ਦੀ ਲੋੜ ਪਵੇਗੀ। ਤੂੰ ਅੰਤਹਿਕਰਨ ਰੂਪੀ ਕੱਪੜਾ ਜੇ ਧੋਣਾ ਹੈ, ਤੈਨੂੰ ਪ੍ਰੇਮ ਰੂਪੀ ਜਲ ਲੈਣਾ ਪਵੇਗਾ, ਤੈਨੂੰ ਨਾਮ ਰੂਪੀ ਸਾਬਣ ਲਾਉਣਾ ਪਵੇਗਾ। ਫਿਰ ਇਹ ਤੇਰਾ ਜੋ ਕੱਪੜਾ ਹੈ ਹਿਰਦਾ ਜਾਂ ਤੇਰਾ ਅੰਤਹਿਕਰਨ, ਇਹ ਤਾਂ ਧੋਤਾ ਜਾਏਗਾ। ਉਹਨਾਂ ਚਿਰ ਨਹੀਂ ਗੁਰਮੁਖਾ ਧੋਤਾ ਜਾਣਾ। ਜਿਵੇਂ ਪ੍ਰਤੱਖ ਕੱਪੜੇ ਨੂੰ ਧੋਣ ਵਾਸਤੇ ਗੁਰਮੁਖੋ ਸਾਬਣ ਦੀ ਤੇ ਪਾਣੀ ਦੀ ਲੋੜ ਹੈ, ਮਨ ਰੂਪੀ ਕੱਪੜਾ ਧੋਣ ਵਾਸਤੇ ਪ੍ਰੇਮ ਦੀ ਲੋੜ ਹੈ, ਅਤੇ ਪ੍ਰੇਮ ਦੇ ਨਾਲ ਗੁਰਮੁਖੋ ਉਹਦੇ ਨਾਲ ਫਿਰ ਨਾਮ ਦੀ ਲੋੜ ਹੈ। ਇਹ ਨਾਮ ਤੇ ਪ੍ਰੇਮ ਦੋ ਐਸੀਆਂ ਚੀਜ਼ਾਂ ਨੇ ਜਿਨ੍ਹਾਂ ਨੇ ਅਪਣਾਈਆਂ ਨੇ। ਹਿਰਦੇ ਦਾ ਕੱਪੜਾ ਉਹਨਾਂ ਦਾ ਸਾਫ਼ ਹੋਇਆ ਹੈ, ਨਹੀਂ ਤੇ ਹਿਰਦੇ ਮੈਲੇ ਹੀ ਨੇ। ਜਿਹਦੇ ਕੋਲ ਪ੍ਰੇਮ ਨਹੀਂ ਉਹਦਾ ਹਿਰਦਾ ਵੀ ਮੈਲਾ ਹੈ, ਜਿਹਦੇ ਕੋਲ ਨਾਮ ਨਹੀਂ ਉਹਦਾ ਹਿਰਦਾ ਵੀ ਮੈਲਾ ਹੈ। ਔਰ ਇਹ ਦੋਨੇ ਹੀ ਹੋਣੇ ਚਾਹੀਦੇ, ਨਾਮ ਤੇ ਪ੍ਰੇਮ ਦੋਨੇ ਚੀਜ਼ਾਂ ਹੀ ਹੋਣੀਆਂ ਚਾਹੀਦੀਆਂ। ਫਿਰ ਇਹ ਹਿਰਦੇ ਦਾ ਕੱਪੜਾ ਧੋਤਾ ਜਾਂਦਾ ਹੈ, ਨਹੀਂ ਤੇ ਇਹ ਮੈਲਾ ਰਹਿੰਦਾ ਹੈ। ਹੋਰ ਬਿਨਾ ਕੈਸੇ ਅਸਵਾਰ। ਮਹਾਰਾਜ ਕਹਿਣ ਲੱਗੇ ਕੋਈ ਬੰਦਾ ਆਖੇ ਮੈਂ ਸਵਾਰੀ ਕਰਨੀ, ਮੈਂ ਤੇ ਬੜਾ ਸਵਾਰ ਹਾਂ, ਪਰ ਸਵਾਰੀ ਤਾਂ ਹੀ ਕਰੇਗਾ ਨਾ ਜੇ ਘੋੜਾ ਹੋਵੇਗਾ। ਘੋੜੇ ਬਿਨਾ ਕਾਹਦੀ ਸਵਾਰੀ ਹੈ? ਕੱਲਾ ਆਪਣੀਆਂ ਲੱਤਾਂ ਖਪਾਈ ਜਾਵੇ ਆਖੇ ਮੈਂ ਸਵਾਰੀ ਕੀਤੀ ਹੈ? ਨਹੀਂ, ਸਵਾਰੀ ਕਰਨ ਵਾਸਤੇ ਘੋੜਾ ਮੌਜੂਦ ਹੋਣਾ ਚਾਹੀਦਾ ਹੈ। ਜੇ ਘੋੜਾ ਹੋਵੇਗਾ ਤੇ ਸਵਾਰੀ ਤਾਂ ਹੈ। ਘੋੜੇ ਬਿਨਾ ਕਾਹਦੀ ਸਵਾਰੀ ਹੈ? ਨਹੀਂ, ਹੋ ਹੀ ਨਹੀਂ ਸਕਦੀ ਹੈ। ਸੋ ਮਹਾਰਾਜ ਇਹ ਉਦਾਹਰਨ ਦਿੰਦੇ ਫਿਰ ਫਰਮਾਉਂਦੇ ਹਨ ਹੋਰ ਬਿਨਾ ਕੈਸੇ ਅਸਵਾਰ। ਗੁਰਮੁਖੋ ਘੋੜਾ ਕੀ ਹੈ? ਇਹ ਜੋ ਗਿਆਨ ਹੈ। ਜਿੰਨਾ ਚਿਰ ਗਿਆਨ ਰੂਪੀ ਘੋੜਾ ਨਹੀਂ, ਉਹਨਾਂ ਚਿਰ ਇਹ ਜਿਹੜਾ ਸਾਡਾ ਮਨ ਹੈ ਉਹ ਸਵਾਰੀ ਨਹੀਂ ਕਰ ਸਕਦਾ। ਗਿਆਨ ਰੂਪੀ ਘੋੜੇ ਦੀ ਇਹ ਮਨ ਸਵਾਰੀ ਕਰਦਾ ਹੈ। ਜੇ ਮਨ ਇਕੱਲਾ ਹੀ ਕਵੇ ਵੀ ਮੈਂ ਤੇ ਸਵਾਰੀ ਕਰ ਲਈ ਹੈ, ਪਰ ਕੀਤੀ ਕਿਵੇਂ ਹੈ? ਘੋੜਾ ਤੇ ਹੈ ਕੋਈ ਨਹੀਂ। ਜਿਵੇਂ ਵਿਅਕਤੀ ਨੂੰ ਸਵਾਰੀ ਕਰਨ ਵਾਸਤੇ ਘੋੜੇ ਦੀ ਲੋੜ ਹੈ, ਇਸੇ ਤਰ੍ਹਾਂ ਮਨ ਨੂੰ ਸਵਾਰੀ ਕਰਨ ਵਾਸਤੇ ਗਿਆਨ ਦੀ ਲੋੜ ਹੈ। ਇਹ ਮਨ ਜਿਹੜਾ ਹੈ ਇਹ ਫਿਰ ਗਿਆਨ ਰੂਪੀ ਘੋੜੇ ਤੇ ਚੜ੍ਹ ਕੇ ਸਵਾਰੀ ਕਰਦਾ ਹੈ। ਪਰ ਜੇ ਗਿਆਨ ਨਹੀਂ ਤੇ ਕੋਈ ਸਵਾਰੀ ਨਹੀਂ ਹੈ, ਕੋਈ ਸਫ਼ਰ ਨਹੀਂ ਤੈਅ ਕੀਤਾ ਹੈ। ਘੋੜਾ ਹੈ ਉਹਦੇ ਉੱਪਰ ਬੈਠ ਕੇ ਸਫ਼ਰ ਤੈਅ ਕਰਦਾ, ਮੰਜ਼ਿਲ ਤੇ ਪਹੁੰਚਦਾ ਹੈ। ਇਸੇ ਤਰ੍ਹਾਂ ਗੁਰਮੁਖੋ ਜੇ ਗਿਆਨ ਹੈ ਤੇ ਅਸੀਂ ਫਿਰ ਔਗਣਾਂ ਨੂੰ ਛੱਡਦੇ ਹਾਂ। ਸਾਨੂੰ ਗਿਆਨ ਹੋ ਗਿਆ ਨਾ ਵੀ ਆਹ ਔਗਣ ਮਾੜਾ ਰੱਬ ਤੋਂ ਦੂਰ ਲੈ ਕੇ ਜਾਂਦਾ, ਇਹਨੂੰ ਅਸੀਂ ਛੱਡਾਂਗੇ। ਆਹ ਗੁਣ ਚੰਗਾ ਹੈ, ਇਹਨੂੰ ਧਾਰਨ ਕਰਾਂ ਰੱਬ ਦੇ ਨੇੜੇ ਲੈ ਕੇ ਜਾਵੇਗਾ। ਫਿਰ ਉਹ ਜਿਹੜੇ ਗੁਰਮੁਖ ਨੇ ਔਗਣਾਂ ਨੂੰ ਛੱਡਦੇ, ਗੁਣਾਂ ਨੂੰ ਧਾਰਨ ਕਰਦੇ। ਜਿਵੇਂ ਜਿਵੇਂ ਗੁਣਾਂ ਦੀ ਕਮਾਈ ਕਰਦੇ ਉਵੇਂ ਉਵੇਂ ਫਿਰ ਮਨ ਰੂਪੀ ਘੋੜੇ ਤੇ ਚੜ੍ਹ ਕੇ ਫਿਰ ਰੱਬ ਵਾਲੇ ਪਾਸੇ ਨੇੜੇ ਹੋਈ ਜਾਂਦੇ। ਤੇ ਫਿਰ ਨੇੜੇ ਹੁੰਦਿਆਂ ਹੁੰਦਿਆਂ ਇੱਕ ਦਿਨ ਉਹਦਾ ਮਿਲਾਪ ਹੀ ਹੋ ਜਾਂਦਾ ਹੈ। ਕਹਿਣ ਲੱਗੇ ਭਾਈ ਗਿਆਨ ਰੂਪੀ ਘੋੜਾ ਹੈ। ਜਿੰਨਾ ਚਿਰ ਗਿਆਨ ਨੂੰ ਨਹੀਂ ਨਾ ਧਾਰਨ ਕਰਦੇ ਉਹਨਾਂ ਚਿਰ ਇਹ ਮਨ ਜਿਹੜਾ ਸਵਾਰੀ ਨਹੀਂ ਕਰੇਗਾ, ਪਰਮਾਤਮਾ ਤੱਕ ਪਹੁੰਚ ਨਹੀਂ ਪਾਉਂਦਾ ਹੈ। ਸਾਧੂ ਬਿਨ ਨਾਹੀ ਦਰਬਾਰ। ਇਸੇ ਤਰ੍ਹਾਂ ਗੁਰਮੁਖੋ ਜਿਹੜਾ ਸਾਧੂ ਹੈ, ਗੁਰਮੁਖ, ਉਹਦੇ ਤੋਂ ਕਿਰਪਾ ਤੋਂ ਬਿਨਾਂ ਦਰਬਾਰ ਸਰੂਪ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਜਿੰਨਾ ਚਿਰ ਸਾਧੂ ਨਹੀਂ ਨਾ ਕਿਰਪਾ ਕਰਦਾ, ਸਿਰ ਤੇ ਮਿਹਰ ਦਾ ਹੱਥ ਨਹੀਂ ਨਾ ਰੱਖਦੇ, ਜਿੰਨਾ ਚਿਰ ਸਤਿਗੁਰੂ ਕਿਰਪਾ ਨਹੀਂ ਨਾ ਕਰਦੇ, ਉਹਨਾਂ ਚਿਰ ਦਰਬਾਰ ਕਹੀਏ ਸਰੂਪ ਦੀ ਪ੍ਰਾਪਤੀ ਨਹੀਂ ਹੈ। ਕੋਈ ਵਿਅਕਤੀ ਲੱਖਾਂ ਭਾਵੇਂ ਅੱਖਾਂ ਮੀਟ ਕੇ ਬੈਠਾ ਰਵੇ, ਸਮਾਧੀਆਂ ਲਾ ਕੇ ਬੈਠਾ ਰਵੇ, ਚੌਂਕੜੇ ਲਾ ਕੇ ਬੈਠਾ ਰਵੇ ਕਿ ਮੈਂ ਤੇ ਚੌਂਕੜਾ ਲਾਵਾਂਗਾ, ਮੈਂ ਤੇ ਸਮਾਧੀ ਲਾਵਾਂਗਾ, ਮੈਂ ਤੇ ਨੇਤਰ ਬੰਦ ਕਰਾਂਗਾ, ਮੈਂ ਰੱਬ ਨੂੰ ਮਿਲ ਲਵਾਂਗਾ। ਨਹੀਂ, ਆਪਣੇ ਆਪ ਚੌਂਕੜੇ ਲਾਇਆ, ਨੇਤਰ ਬੰਦ ਕੀਤਿਆਂ ਨਹੀਂ ਮਿਲਦਾ ਹੈ। ਪਾਤਸ਼ਾਹ ਕਹਿਣ ਲੱਗੇ ਸਾਧੂ ਬਿਨ
ਨਾ ਹੀ ਦਰਬਾਰ। ਜਿੰਨਾ ਚਿਰ ਕੋਈ ਪੂਰਨ ਸਾਧੂ ਨਹੀਂ ਨਾ ਗੁਰਮੁਖ ਮਿਲ ਜਾਂਦਾ ਨਾਮ ਦਾ ਰਸੀਆ, ਉਹਨਾਂ ਚਿਰ ਦਰਬਾਰ ਕਹੀਏ ਸਰੂਪ ਦੀ ਪ੍ਰਾਪਤੀ ਨਹੀਂ ਹੈ। ਭਗਤਾਂ ਦਾ ਜੀਵਨ ਪੜ੍ਹ ਕੇ ਵੇਖ ਲਈਏ, ਸੋ ਭਗਤ ਕਬੀਰ ਸਾਹਿਬ ਜੀ ਵਰਗੇ, ਭਗਤ ਫਰੀਦ ਸਾਹਿਬ ਜੀ ਵਰਗੇ, ਇਹਨਾਂ ਨੇ ਵੀ ਤੇ ਗੁਰਮੁਖੋ ਸਾਧੂ ਦੀ ਸੰਗਤ ਕਰਕੇ ਉਹਦੇ ਵਿੱਚੋਂ ਬਖਸ਼ਿਸ਼ਾਂ ਪ੍ਰਾਪਤ ਕਰਕੇ ਤਾਂ ਪ੍ਰਾਪਤੀ ਕੀਤੀ ਹੈ। ਜੈਸੇ ਬਾਜੇ ਬਿਨ ਨਹੀਂ ਲੀਜੈ ਫੇਰੀ। ਗੁਰਮੁਖੋ ਵਾਜਾ ਕਹੀਏ ਇੱਕ ਸਾਜ਼ ਹੈ, ਜਿਵੇਂ ਵਾਜਾ ਵਜਾਉਣ ਵਾਲੇ ਵਾਜਾ ਵਜਾਏ ਤੋਂ ਬਿਨਾਂ ਫੇਰੀ ਕਹੀਏ ਪੁਆਟਲੀ ਨਹੀਂ ਲੈ ਸਕਦੇ। ਨਿਰਤਕਾਰੀ ਕਰਨ ਵਾਲੇ ਨਾ, ਨਿਰਤਕਾਰ ਨੱਚਦੇ ਆ ਕੇ ਸ਼ਾਸਤਰੀ ਸੰਗੀਤ ਵਜਾਉਂਦੇ, ਨਾਲ ਨਾਲ ਨਿਰਤਕਾਰੀ ਕਰਦੇ, ਪਰ ਨਿਰਤਕਾਰੀ ਕਰਨ ਵਾਸਤੇ ਵਾਜਾ ਜ਼ਰੂਰੀ ਹੈ। ਵਾਜਾ ਵਜਾਉਂਦੇ, ਸਾਜ਼ ਵੱਜਦਾ, ਫਿਰ ਉਹ ਪੁਆਟਲੀ ਲੈਂਦੇ। ਇਸੇ ਤਰ੍ਹਾਂ ਢੋਲ ਵੱਜਦਾ, ਢੋਲਕ ਵੱਜਦੀ ਹੈ, ਸਾਜ਼ ਵੱਜਦੇ, ਫਿਰ ਨਿਰਤਕਾਰੀ ਨਾਲ ਹੁੰਦੀ ਹੈ। ਗੁਰਮੁਖੋ ਆਪਾਂ ਵੇਖ ਨਗਰ ਕੀਰਤਨ ਆਉਂਦੇ ਨੇ, ਨਗਰ ਕੀਰਤਨ ਦੇ ਅੱਗੇ ਸੋ ਸ਼ਸਤਰਾਂ ਨੂੰ ਪਕੜ ਕੇ ਮਹਾਰਾਜ ਦੇ ਸਿੰਘ ਜਿਹੜੇ ਨੇ ਉਹ ਸ਼ਸਤਰ ਵਿਦਿਆ ਗੱਤਕੇ ਦੇ ਜ਼ੋਰ ਦਿਖਾਉਂਦੇ, ਪਰ ਗੱਤਕਾ ਖੇਡਣ ਵਾਲੇ ਵੀ ਤਾਂ ਹੀ ਛਾਲਾਂ ਮਾਰ ਮਾਰ ਕੇ ਇੱਕ ਦੂਜੇ 'ਤੇ ਵਾਰ ਕਰਦੇ, ਨਾਲ ਢੋਲ ਵੱਜਦਾ ਪਿਆ, ਉਤਸ਼ਾਹ ਮਿਲਦਾ ਪਿਆ ਹੈ। ਅਤੇ ਜੇ ਢੋਲ ਬੰਦ ਕਰ ਦਈਏ, ਗੱਤਕਾ ਖੇਡਦੇ ਤੇ ਫਿਰ ਵੀ ਨੇ, ਫਿਰ ਉਹਨਾਂ ਉਤਸ਼ਾਹ ਨਹੀਂ ਪੈਦਾ ਹੁੰਦਾ, ਸੋ ਢਿੱਲਾ ਜਿਹਾ ਰਹਿ ਜਾਂਦਾ ਹੈ। ਮਹਾਰਾਜ ਕਹਿਣ ਲੱਗੇ ਭਾਈ ਜੈਸੇ ਬਾਜੇ ਬਿਨ ਨਹੀਂ ਲੀਜਿਆ ਫੇਰੀ। ਜਿੰਨਾ ਚਿਰ ਬਾਜਾ ਸਾਜ਼ ਨਹੀਂ ਨਾ ਵੱਜਦਾ, ਉਹਨਾਂ ਚਿਰ ਫੇਰੀ ਕਹੀਏ ਪੁਆਟਲੀ ਨਹੀਂ ਲਈ ਜਾਂਦੀ, ਘੁੰਮਿਆ ਨਹੀਂ ਜਾਂਦਾ, ਨਿਰਤਕਾਰੀ ਨਹੀਂ ਕੀਤੀ ਜਾਂਦੀ ਹੈ, ਫਿਰ ਬਖਸ਼ਿਸ਼ ਕਰਦੇ ਹਨ। ਜੈਸੇ ਬਾਜੇ ਬਿਨ ਨਹੀਂ ਲੀਜੈ ਫੇਰੀ। ਗੁਰਮੁਖੋ ਬਾਜਾ ਕੀ ਹੈ? ਰਾਮ ਦਾ ਨਾਮ। ਸੋ ਰਾਮ ਦਾ ਨਾਮ ਹੀ ਵਾਜਾ ਹੈ। ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ। ਜਿੱਥੇ ਪਵਨ ਹਵਾ ਦਾ ਵਾਜਾ ਵੱਜਦਾ ਪਿਆ, ਉੱਥੇ ਸਾਡੇ ਅੰਦਰ ਨਾਮ ਦਾ ਵਾਜਾ ਵੀ ਵੱਜਦਾ ਪਿਆ ਹੈ। ਪਾਤਸ਼ਾਹ ਕਹਿਣ ਲੱਗੇ ਨਾਮ ਰੂਪੀ ਵਾਜੇ ਤੋਂ ਬਿਨਾਂ ਗੁਰਮੁਖਾ ਨਹੀਂ ਲੀਜੈ ਫੇਰੀ। ਫੇਰੀ ਤੋਂ ਭਾਵ ਹੁੰਦਾ ਫਿਰਨਾ। ਤੇਰਾ ਸੰਸਾਰ ਵੱਲੋਂ ਫਿਰਨਾ ਨਹੀਂ ਹੋਵੇਗਾ, ਸੰਸਾਰ ਵੱਲੋਂ ਮੋੜਾ ਨਹੀਂ ਪਵੇਗਾ। ਉਹਨਾਂ ਚਿਰ ਸੰਸਾਰ ਵਿੱਚ ਜਨਮ ਲੈ ਕੇ ਤੁਰਿਆ ਹੀ ਆਵੇਂਗਾ ਜਿੰਨਾ ਚਿਰ ਰਾਮ ਨਾਮ ਰੂਪੀ ਵਾਜਾ ਤੇਰੇ ਕੋਲ ਨਹੀਂ ਹੈ। ਜਦੋਂ ਰਾਮ ਨਾਮ ਦੇ ਵਾਜੇ ਨੂੰ ਪ੍ਰਾਪਤ ਕਰੇਗਾ, ਫਿਰ ਤੇਰਾ ਸੰਸਾਰ ਵੱਲੋਂ ਫੇਰੀ ਕਹੀਏ ਫਿਰਨਾ ਹੋ ਜਾਏਗਾ, ਮੁੜਨਾ ਹੋ ਜਾਵੇਗਾ। ਫਿਰ ਵਾਰ-ਵਾਰ ਤੈਨੂੰ ਸੰਸਾਰ ਵਿੱਚ ਜਨਮ ਲੈ ਕੇ ਨਹੀਂ ਆਉਣਾ ਪਵੇਗਾ। ਇਹ ਮਹਾਰਾਜ ਉਦਾਹਰਨਾਂ ਦਿੰਦੇ ਪਏ ਸਾਨੂੰ ਸਮਝਾਉਣ ਵਾਸਤੇ। ਜਿਵੇਂ ਵਾਜੇ ਬਿਨਾਂ ਨਿਰਤਕਾਰੀ ਨਹੀਂ ਹੈ, ਰੱਬ ਦੇ ਨਾਮ ਤੋਂ ਬਿਨਾਂ ਸੰਸਾਰ ਤੋਂ ਮੁੜਿਆ ਵੀ ਨਹੀਂ ਜਾਣਾ ਹੈ, ਨਹੀਂ ਤੇ ਵਾਰ-ਵਾਰ ਇੱਥੇ ਹੀ ਤੁਰੇ ਆਵਾਂਗੇ ਜਨਮ ਲੈ ਕੇ। ਪਰ ਜਿਨ੍ਹਾਂ ਨੇ ਨਾਮ ਜਪਿਆ ਗੁਰਮੁਖਾਂ ਨੇ, ਉਹਨਾਂ ਦਾ ਫਿਰ ਇਹ ਸੰਸਾਰ ਵੱਲ ਫੇਰਾ ਪੈਂਦਾ ਹੀ ਨਹੀਂ, ਉਹਨਾਂ ਦਾ ਫੇਰਾ ਖਤਮ ਹੋ ਜਾਂਦਾ, ਮੁੜ ਜਾਂਦਾ ਹੈ। ਬਾਹਰ ਹਮ ਕਾਹੇ ਆਵੇਂਗੇ, ਆਵਨ ਜਾਣਾ ਹੁਕਮ ਤਿਸੈ ਕਾ, ਹੁਕਮੈ ਬੁਝ ਸਮਾਵੇਂਗੇ, ਐਸੀ ਦਾਤ ਪਾਉਂਦੇ ਹਨ। ਖਸਮ ਦੁਹਾਗਣ ਤਾਜ ਆਹੇਰੀ। ਪਾਤਸ਼ਾਹ ਕਹਿਣ ਲੱਗੇ ਖਸਮ ਨੇ ਜਿਹੜੀ ਤਿਆਗੀ ਨਹੀਂ ਹੈ, ਜਿਹੜੀ ਨਹੀਂ ਛੱਡੀ ਹੈ, ਉਸ ਨੂੰ ਦੁਹਾਗਣ ਛੁੱਟੜ ਨਹੀਂ ਕਿਹਾ ਜਾਂਦਾ ਹੈ। ਪਰ ਜਿਹੜੀ ਖਸਮ ਨੇ ਛੱਡ ਦਿੱਤੀ ਹੈ, ਉਸ ਨੂੰ ਛੁੱਟੜ ਕਿਹਾ ਜਾਂਦਾ ਹੈ। ਜਿਹੜੀ ਖਸਮ ਦੀ ਨਹੀਂ ਬਣੀ, ਉਹ ਕਿਸੇ ਦੀ ਨਹੀਂ ਬਣਦੀ ਹੈ। ਪਾਤਸ਼ਾਹ ਕਹਿਣ ਲੱਗੇ ਜਿਸ ਨੇ ਖਸਮ ਛੱਡ ਦਿੱਤਾ ਉਹ ਦੁਹਾਗਣ ਹੈ। ਇਹ ਇੱਕ ਦੁਨੀਆ ਦੀ ਉਦਾਹਰਣ ਵੀ ਉਹ ਛੁੱਟੜ ਹੈ। ਇਹਦੇ ਵਿੱਚੋਂ ਫਿਰ ਫਰਮਾਉਂਦੇ ਹਨ ਖਸਮ ਦੁਹਾਗਣ ਤਾਜ ਆਹੇਰੀ। ਗੁਰਮੁਖੋ ਖਸਮ ਕੌਣ ਹੈ? ਪਰਮਾਤਮਾ, ਜਿਹੜਾ ਸਾਨੂੰ ਸਾਰਿਆਂ ਨੂੰ ਪੈਦਾ ਕਰਨ ਵਾਲਾ ਹੈ, ਸਾਨੂੰ ਸਾਰਿਆਂ ਨੂੰ ਪਾਲਦਾ ਹੈ। ਕਹਿਣ ਲੱਗੇ ਜਿਨ੍ਹਾਂ ਨੇ ਉਸ ਪਰਮਾਤਮਾ ਨੂੰ ਛੱਡ ਦਿੱਤਾ ਹੈ, ਪਰਮਾਤਮਾ ਨੂੰ ਛੱਡ ਕੇ ਭੂਤਾਂ ਪ੍ਰੇਤਾਂ ਦੀ ਪੂਜਾ ਕਰਨੀ, ਮੜੀਆਂ ਮਸਾਣਾਂ ਦੀ ਪੂਜਾ ਕਰਨੀ, ਇਸੇ ਤਰ੍ਹਾਂ ਪੀਰਾਂ ਪੈਗੰਬਰਾਂ ਦੀ ਮੰਨਤਾ ਵਿੱਚ ਲੱਗੇ ਹੋਏ, ਦੇਵੀ ਦੇਵਤਿਆਂ ਦੀ ਮੰਨਤਾ ਵਿੱਚ ਲੱਗੇ ਹੋਏ, ਉਹ ਤੇ ਸਮਝ ਲਓ ਵੀ ਇਸ ਤਰ੍ਹਾਂ ਦੇ ਨੇ ਜਿਵੇਂ ਛੁੱਟੜ ਇਸਤਰੀ ਹੋਇਆ ਕਰਦੀ ਹੈ। ਜਿਨ੍ਹਾਂ ਨੇ ਖਸਮ ਅਕਾਲ ਪੁਰਖ ਨੂੰ ਛੱਡ ਦਿੱਤਾ, ਜਿਹਨੇ ਜਨਮ ਦਿੱਤਾ ਹੈ, ਜਿਹਨੇ ਜਨਮ ਦੇਣ ਵਾਲੇ ਪਰਮਾਤਮਾ ਨੂੰ ਭੁਲਾ ਦਿੱਤਾ ਨਾ, ਉਹ ਤੇ ਕਹੀਏ ਵੀ ਇਸ ਸੰਸਾਰ ਵਿੱਚ ਇਸ ਤਰ੍ਹਾਂ ਦਾ ਹੈ ਜਿਵੇਂ ਕੋਈ ਛੁੱਟੜ ਕਹੀਏ ਛੱਡੀ ਹੋਈ ਇਸਤਰੀ ਹੈ। ਉਹਦਾ ਕੋਈ ਵੀ ਦੀਨ ਧਰਮ ਨਹੀਂ ਹੈ, ਉਹਦਾ ਕੋਈ ਵੀ ਭਰੋਸਾ ਨਹੀਂ ਕੀਤਾ ਜਾ ਸਕਦਾ ਹੈ। ਐਸੀ ਹਾਲਤ ਹੈ। ਕਹਿ ਕਬੀਰ ਏਕ ਕਰ ਕਰਨਾ। ਕਬੀਰ ਸਾਹਿਬ ਜੀ ਕਹਿਣ ਲੱਗੇ ਭਾਈ ਤੂੰ ਇਹ ਬੇਨਤੀ ਕਰਿਆ ਕਰ ਸਤਿਗੁਰਾਂ ਦੇ ਅੱਗੇ ਆ ਕੇ। ਕਹਿ ਕਬੀਰ, ਕਬੀਰ ਸਾਹਿਬ ਜੀ ਕਹਿੰਦੇ ਅਸੀਂ ਤੈਨੂੰ ਦੱਸਦੇ ਹਾਂ, ਤੂੰ ਇਸ ਤਰ੍ਹਾਂ ਆ ਕੇ ਗੁਰੂ ਨੂੰ ਕਹਿ। ਕੀ ਕਹਿਣਾ ਹੈ? ਏਕੈ ਕਰ ਕਰਨਾ। ਮਹਾਰਾਜ ਮੇਰੇ 'ਤੇ ਇੱਕੋ ਹੀ ਕਿਰਪਾ ਕਰੋ। ਅਸੀਂ ਮੰਗਣ ਲੱਗਿਆ ਨਾ ਬੜਾ ਕੁਝ ਹੀ ਮੰਗ ਲੈਂਦੇ, ਆ ਵੀ ਮਿਲੇ, ਆ ਵੀ ਮਿਲੇ, ਆ ਵੀ ਮਿਲੇ, ਲੰਮੀ ਲਿਸਟ ਚੁੱਕ ਕੇ ਲੈ ਆਉਂਦੇ। ਮਹਾਰਾਜ ਕਹਿਣ ਲੱਗੇ ਬਹੁਤੀਆਂ ਮੰਗਣ ਦੇ ਨਾਲੋਂ ਇੱਕੋ ਹੀ ਮੰਗਿਆ ਕਰ। ਮਹਾਰਾਜ ਇੱਕੋ ਹੀ ਕਿਰਪਾ ਕਰ ਦਿਓ ਮੇਰੇ 'ਤੇ। ਏਕੈ
ਏਕੈ ਤੋਂ ਭਾਵ ਇੱਕੋ ਹੀ ਕਰ ਕਰਨਾ, ਮੇਰੇ ਤੇ ਇੱਕੋ ਹੀ ਕਿਰਪਾ ਕਰੋ। ਕਿਹੜੀ ਕਿਰਪਾ ਕਰੋ? ਬਖਸ਼ਦੇ ਹਨ। ਗੁਰਮੁਖ ਹੋਏ ਬਹੁਰ ਨਹੀਂ ਮਰਨਾ। ਮਹਾਰਾਜ ਮੈਨੂੰ ਗੁਰਮੁਖ ਬਣਾ ਦਿਓ। ਗੁਰਮੁਖ ਤੋਂ ਭਾਵ ਹੁੰਦਾ ਵੀ ਮੇਰਾ ਮੁਖ ਆਪਣੇ ਵੱਲ ਕਰ ਲਓ, ਮੇਰਾ ਮੁਖ ਗੁਰੂ ਵੱਲ ਹੋ ਜਾਵੇ। ਕਹੈ ਕਬੀਰ ਏਕੈ ਕਰ ਕਰਨਾ। ਕਬੀਰ ਸਾਹਿਬ ਜੀ ਕਹਿਣ ਲੱਗੇ ਮੇਰੇ ਤੇ ਇੱਕੋ ਹੀ ਕਿਰਪਾ ਕਰੋ ਕਿ ਮੇਰਾ ਮੁਖ ਤੁਹਾਡੇ ਵੱਲੇ ਹੋਵੇ। ਕਿਸੇ ਨੇ ਪੁੱਛਿਆ ਕਬੀਰ ਸਾਹਿਬ ਜੀ ਜੇ ਮੁਖ ਗੁਰੂ ਵੱਲ ਹੋਵੇਗਾ ਤੇ ਫਿਰ ਕੀ ਹੋਵੇਗਾ? ਕਬੀਰ ਸਾਹਿਬ ਜੀ ਕਹਿਣ ਲੱਗੇ ਬਹੁਰ ਨਹੀਂ ਮਰਨਾ। ਜਿਹੜਾ ਗੁਰਮੁਖ ਹੋ ਜਾਏਗਾ ਨਾ ਉਹਦਾ ਫਿਰ ਦੁਬਾਰਾ ਮਰਨਾ ਨਹੀਂ ਹੋਵੇਗਾ, ਉਹ ਮੁਕਤ ਹੋ ਜਾਂਦਾ ਹੈ। ਇਹ ਬਖਸ਼ਿਸ਼ ਕੀਤੀ ਹੈ। ਭੁੱਲਾਂ ਚੁੱਕਾਂ ਦੀ ਮੁਆਫੀ ਦਿਓ ਸੱਜਣਾ ਸੀਸੜੀਆਂ, ਜੋ ਵੈ ਸਾਹਿਬ ਸਿਓ ਮੇਲਾ। ਕਹਿ ਕਬੀਰ ਏਕੈ ਕਰ ਕਰਨਾ, ਗੁਰਮੁਖ ਹੋਏ ਬਹੁਰ ਨਹੀਂ ਮਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।